ਸਤਿ ਸ਼੍ਰੀ ਅਕਾਲ। ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਸਾਡੇ ਨਾਲ ਜੁੜੇ ਤੇ ਨਾਲ ਦੀ ਨਾਲ ਰੇਡੀਓ ਸਪਾਈਸ ਦੇ 88 FM ਤੋਂ 88.1 ਤੇ 88.3 ਤੇ ਸਾਡੇ ਨਾਲ ਜੁੜੇ ਸਾਰੇ ਲਿਸਨਰਸ ਤੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ। ਸੋ ਦੋਸਤੋ, ਅਸੀਂ ਰੇਡੀਓ ਸਪਾਈਸ ਦੇ ਵਿੱਚ ਜਿੱਦਾਂ ਤੁਸੀਂ ਇਨਫੋ ਦੇ ਵਿੱਚ ਉੱਤੇ ਦੇਖ ਲੈਣਾ, ਸੋ ਸਾਡੇ ਵਿਚਕਾਰ ਅੱਜ ਕੁਇਕੀ ਵੀ ਇਮੀਗ੍ਰੇਸ਼ਨਸ ਦੀ ਟੀਮ ਪਹੁੰਚ ਚੁੱਕੀ ਆ। ਸੋ ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਵੀ ਕਰਨੀ ਆ, ਕਿਉਂ ਨਿਊਜ਼ੀਲੈਂਡ ਦੇ ਵਿੱਚ ਇੱਕ ਕਹਾਵਤ ਬੜੀ ਮਸ਼ਹੂਰ ਆ, ਭਾਵੇਂ ਦਿਨ ਸਾਡੇ ਚੜ੍ਹਦਾ ਸਭ ਤੋਂ ਪਹਿਲਾਂ ਆ ਤੇ ਉਸੇ ਨਾਲ ਜਿੱਦਾਂ ਦਿਨ ਕਹਿੰਦੇ ਚੜ੍ਹਦਾ ਉਦਾਂ ਸਾਡੇ ਇੱਥੇ ਰੂਲਸ ਚੇਂਜ ਹੋ ਜਾਂਦੇ ਆ। ਸੋ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਗੱਲ ਕਰੀਏ ਨਿਊਜ਼ੀਲੈਂਡ ਦੇ ਬਾਰੇ, ਵੇਜਿਸ ਦੇ ਉੱਤੇ ਬਹੁਤ ਜ਼ਿਆਦਾ ਚੇਂਜਸ ਹੋਣ ਜਾ ਰਹੀਆਂ ਨੇ। ਸੋ ਉਹਦੇ ਨਾਲ ਵਰਕ ਵੀਜ਼ੇ ਦੇ ਉੱਤੇ ਤੇ ਨਾਲ ਦੇ ਨਾਲ PR ਨੂੰ ਲੈ ਕੇ EOI ਕਾਫੀ ਕੁਝ ਇਦਾਂ ਦਾ ਜੋ ਹੋਣ ਜਾ ਰਿਹਾ, ਕਿਉਂ ਕੋਵਿਡ ਕਰਕੇ ਕਾਫੀ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਜਾਣੂ ਹੋਣਾ ਬੜਾ ਜ਼ਰੂਰੀ ਆ। ਸੋ ਅੱਜ ਸਾਡੇ ਨਾਲ ਕੁਇਕੀ ਵੀ ਇਮੀਗ੍ਰੇਸ਼ਨਸ ਦੀ ਟੀਮ ਪਹੁੰਚੀ ਆ। ਸੋ ਆਓ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਸਾਰੀ ਕੁਇਕੀ ਵੀ ਟੀਮ ਨੂੰ ਸਾਡੇ ਰੇਡੀਓ ਸਪਾਈਸ ਤੇ TV ਤੇ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ ਜੀ। ਸਤਿ ਸ਼੍ਰੀ ਅਕਾਲ ਗਗਨ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ। ਤੇ ਨਾਲ ਦੀ ਨਾਲ ਮੈਂ ਜ਼ਿਕਰ ਕਰਵਾਉਣਾ ਚਾਹਾਂ ਕਿ ਸਾਡੇ ਵਿਚਕਾਰ ਇਸ ਟਾਈਮ ਕੁਇਕੀ ਤੋਂ ਜਗਮੀਤ ਪਾਜੀ, ਪ੍ਰੀਤੀ ਜੀ ਤੇ ਸਰਬਜੀਤ ਜੀ ਇਸ ਟਾਈਮ ਪਹੁੰਚੇ ਹੋਏ ਨੇ। ਸੋ ਇਹਨਾਂ ਦਾ ਅਸੀਂ ਸਟੂਡੀਓ ਦੇ ਵਿੱਚ ਆਏ ਸਵਾਗਤ ਕਰਦੇ ਹਾਂ। ਸੋ ਪਹਿਲਾਂ ਤਾਂ ਜੇ ਗੱਲਬਾਤ ਕਰੀਏ ਕੁਇਕੀ ਇਮੀਗ੍ਰੇਸ਼ਨਸ ਦੇ ਬਾਰੇ, ਤੁਸੀਂ ਜ਼ਰੂਰ ਪਹਿਲਾਂ ਜਾਣਕਾਰੀ ਦਿਓ ਤੇ ਫਿਰ ਬਾਕੀ ਗੱਲਾਂ ਬਾਤਾਂ ਜ਼ਰੂਰ ਅਸੀਂ ਕਰਦੇ ਰਵਾਂਗੇ ਜੀ। ਹਾਂਜੀ, ਅਸੀਂ ਕੁਇਕ ਇਮੀਗ੍ਰੇਸ਼ਨ ਟੀਮ ਵੀ ਡੀਲ ਇਨ ਇਮੀਗ੍ਰੇਸ਼ਨ ਸਰਵਿਸਿਜ਼, ਅਸੀਂ ਬਿਜ਼ਨਸ ਮਾਈਗ੍ਰੇਸ਼ਨ, ਵਿਜ਼ਿਟਰਸ ਵੀਜ਼ਾ, ਵਰਕ ਵੀਜ਼ਾ, SMC ਤੇ ਬਾਕੀ ਹੋਰ ਕੈਟਾਗਰੀਜ਼ ਨਾਲ ਡੀਲ ਕਰਦੇ ਆ ਜੀ। ਤੇ ਸਾਡਾ ਆਫਿਸ ਹੈ 84 ਹੈਰਿਸ ਰੋਡ ਈਸਟ ਤਮਾਕੀ ਤੇ। ਸੋ ਵੀ ਡੀਲ ਇਨ ਇਮੀਗ੍ਰੇਸ਼ਨ ਸਰਵਿਸਿਜ਼ ਜੀ। ਬਿਲਕੁਲ, ਨਾਮ ਹੀ ਜੇ ਗੱਲ ਕਰੀਏ, ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਕੁਇਕ ਕੀਵੀ ਤੋਂ ਪਤਾ ਲੱਗਦਾ ਹੈ ਕਿ ਛੇਤੀ ਕੁਇਕ ਕੀਵੀ ਮਤਲਬ ਕਿ ਕੀਵੀ ਬਣਨ ਦੇ ਵਿੱਚ ਜਲਦੀ ਸਹਾਇਤਾ ਕਰਦਾ। ਸੋ ਤੁਸੀਂ ਇਹਨਾਂ ਨੂੰ ਰੈਫਰ ਕਰ ਸਕਦੇ ਹੋ ਜੇਕਰ ਤੁਹਾਡੇ ਕੋਈ ਵੀਜ਼ਾ ਦੇ ਪ੍ਰਤੀ, ਕੋਈ ਵੀ ਸਟੱਡੀ ਦੇ ਰਿਲੇਟਡ, ਕੋਈ ਵੀ PR ਦੇ ਰਿਲੇਟਡ ਤੁਹਾਡੀ ਕੋਈ ਕੁਐਰੀ ਆ, ਤੁਸੀਂ ਕੁਇਕ ਕੀਵੀ ਦੀ ਟੀਮ ਨੂੰ ਰੈਫਰ ਕਰ ਸਕਦੇ। ਸੋ ਜੇ ਗੱਲ ਕਰੀਏ ਜੀ, ਅੱਜ ਦੀ ਡੇਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਸਾਨੂੰ ਦਿਖ ਰਹੀਆਂ ਨੇ ਹੁੰਦੀਆਂ। ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿ ਪੇ ਰੇਟ ਵੱਧ ਜਾਣਾ ਆ ਤੇ ਨਾਲ ਦੀ ਨਾਲ ਫਿਰ PR ਦੇ ਲਈ ਵੀ 27 ਹੋ ਜਾਣਾ ਆ। ਸੋ ਆਉਣ ਵਾਲੇ ਸਮਿਆਂ ਦੇ ਵਿੱਚ ਵੀਜ਼ਾਸ ਨੂੰ ਲੈ ਕੇ ਜਿਹੜੀਆਂ ਚੇਂਜਸ ਹੋਣ ਜਾ ਰਹੀਆਂ ਨੇ, ਉਹਨਾਂ ਬਾਰੇ ਤੁਸੀਂ ਜ਼ਰੂਰ ਸਾਡੇ ਲਿਸਨਰਸ ਤੇ ਦਰਸ਼ਕਾਂ ਨੂੰ ਦੱਸਿਓ ਜੀ। ਹਾਂਜੀ, ਅਸੀਂ ਬਰੀਫ ਕਰਦੇ ਹਾਂ ਚੇਂਜਸ ਜਿਹੜੀਆਂ ਆ ਰਹੀਆਂ ਹੈ ਮਿਡ ਦਿਸ ਈਅਰ। ਤੇ ਜਿਹੜੀ ਸਭ ਤੋਂ ਮੇਜਰ ਚੇਂਜ ਹੈ ਉਹ ਹੈ ਕਿ ਵਰਕ ਵੀਜ਼ਾ 6 ਤਰੀਕੇ ਦੇ ਬੰਦ ਹੋ ਰਹੇ, ਜਿਹਦੇ ਵਿੱਚ ਐਸੈਂਸ਼ੀਅਲ ਸਕਿੱਲਸ ਵੀਜ਼ਾ, ਲੌਂਗ ਟਰਮ ਸ਼ਾਰਟੇਜ ਸਕਿੱਲਸ ਵੀਜ਼ਾ ਤੇ AIP ਔਰ 2-3 ਹੋਰ ਕੈਟਾਗਰੀਜ਼ ਨੇ ਜਿਹੜੀਆਂ ਪਰਮਾਨੈਂਟਲੀ ਕਲੋਜ਼ ਹੋ ਜਾਣਗੀਆਂ ਤੇ ਉਹ ਰਿਪਲੇਸ ਹੋ ਜਾਣਗੀਆਂ ਇੱਕ ਸਟੈਂਡਰਡ ਵਰਕ ਵੀਜ਼ਾ ਦੇ ਨਾਲ। ਤੇ ਉਹਦੇ ਵਿੱਚ ਇਟਸ ਬੀਇੰਗ ਪ੍ਰਿਡਿਕਟਡ ਜਿਹੜਾ ਪੇ ਰੇਟ ਹੈ ਉਹ $27 ਹੋ ਜਾਏਗਾ। ਦੂਸਰੀ ਜਿਹੜੀ ਚੇਂਜ ਮੇਜਰ ਆ ਰਹੀ ਹੈ ਉਹ ਹੈ ਕਿ ਜਿਹੜੇ EMPLOYERS ਦੀ ਅਕ੍ਰੈਡੀਟੇਸ਼ਨ ਹੈ ਉਹ ਮਿਡ ਦਿਸ ਈਅਰ ਤੋਂ ਕੰਪਲਸਰੀ ਹੋ ਜਾਏਗੀ। ਸੋ ਕੋਈ ਵੀ ਸਮਾਲ, ਮੀਡੀਅਮ ਜਾਂ ਲਾਰਜ ਜਿਹੜੇ ਬਿਜ਼ਨੈਸਸ ਨੇ, ਜੇ ਉਹਨਾਂ ਨੇ ਕਿਸੇ ਨੂੰ ਸਪੋਰਟ ਕਰਨਾ ਹੈ ਕਿਸੇ ਟੈਂਪਰੇਰੀ ਵੀਜ਼ਾ ਵਾਸਤੇ, ਤੇ ਉਹਨਾਂ ਨੂੰ ਪਹਿਲਾਂ ਆਪਣੇ ਆਪ ਨੂੰ ਅਕ੍ਰੈਡੀਟਡ ਕਰਵਾਉਣਾ ਪਏਗਾ ਉਹਨਾਂ ਨੂੰ ਜੀ। ਬਿਲਕੁਲ। ਸੋ ਜਿੱਦਾਂ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਪ੍ਰਿਡਿਕਸ਼ਨ ਮੰਨੀ ਜਾ ਰਹੀ ਹੈ ਕਿ ਇਹ ਹੋਣ ਜਾ ਰਿਹਾ, ਮਤਲਬ ਕਿ ਨਾਟ ਸ਼ੋਰ ਹੀ ਹਲੇ ਤਾਂ ਆਪਾਂ ਜੇ ਗੱਲ ਕਰੀਏ ਜਾਂ ਸ਼ੋਰਟੀ ਆ ਕਿ ਇਹ ਚੀਜ਼ਾਂ ਹੋਣ ਜਾ ਰਹੀਆਂ ਨੇ ਜੀ। ਇਦਾਂ ਹੀ ਗਗਨ ਕਿ ਇਹ ਸਾਰੀ ਚੀਜ਼ ਦੀ ਨੋਟੀਫਿਕੇਸ਼ਨ ਇਮੀਗ੍ਰੇਸ਼ਨ ਵੱਲੋਂ ਪਹਿਲਾਂ ਹੀ ਆ ਚੁੱਕੀ ਹੈ, ਪਰ ਕਿਹੜੀ ਡੇਟ ਹੋਏਗੀ ਤੇ ਪ੍ਰੋਸੈਸ ਕੀ ਹੋਏਗਾ ਉਹ ਹਜੇ ਰਿਲੀਜ਼ ਹੋਣਾ ਬਾਕੀ ਹੈ। ਬਟ ਇਟ ਇਜ਼ ਸ਼ੋਰ ਕਿ ਇਹ 6 ਕੈਟਾਗਰੀਜ਼ ਬੰਦ ਹੋ ਜਾਣਗੀਆਂ, ਨਵਾਂ ਵਰਕ ਵੀਜ਼ਾ ਆ ਜਾਏਗਾ ਤੇ ਅਕ੍ਰੈਡੀਟੇਸ਼ਨ EMPLOYERS ਦੀ ਮੈਂਡੇਟਰੀ ਹੋ ਜਾਏਗੀ ਜੀ। ਤੇ ਜਿੱਦਾਂ 6 ਕੈਟਾਗਰੀ ਤੁਸੀਂ ਬੰਦ ਹੋਣ ਦੀ ਗੱਲ ਕੀਤੀ ਆ ਤੇ ਨਵਾਂ ਵਰਕ ਵੀਜ਼ਾ ਆ ਰਿਹਾ, ਸੋ ਇਹਦੇ ਨਾਲ ਜੋ ਸਾਡੇ ਵਰਕ ਵੀਜ਼ਾ ਹੋਲਡਰਸ ਨੇ ਉਹਨਾਂ ਤੇ ਕੀ ਪੋਜ਼ਿਟਿਵ ਪ੍ਰਭਾਵ ਪਊਗਾ ਜਾਂ ਇਹਦਾ ਕੁਝ ਸਾਨੂੰ ਨੈਗੇਟਿਵ ਦੇਖਣ ਨੂੰ ਮਿਲੂਗਾ ਜੀ? ਦੇਖੋ, ਜਿਨ੍ਹਾਂ ਦੇ ਕੋਲ ਵਰਕ ਵੀਜ਼ਾ ਚੱਲ ਰਿਹਾ ਜਿਹੜੀ ਵੀ ਕੈਟਾਗਰੀ ਦੇ ਵਿੱਚ, ਜਦੋਂ ਤੱਕ ਵੀ ਉਹਨਾਂ ਦੀ ਵੀਜ਼ਾ ਐਕਸਪਾਇਰੀ ਹੈ, ਉਹਨਾਂ ਦੇ ਵੀਜ਼ਾ ਐਕਸਪਾਇਰੀ ਤੇ ਜਾਂ ਉਹਨਾਂ ਦੇ ਕਰੰਟ ਵੀਜ਼ਾ ਤੇ ਕੋਈ ਫਰਕ ਨਹੀਂ ਪਏਗਾ। ਬਟ ਜੇ ਉਹਨਾਂ ਨੇ ਫਰਦਰ ਐਕਸਟੈਂਸ਼ਨ ਵਾਸਤੇ ਅਪਲਾਈ ਕਰਨਾ ਹੈ ਕਿਸੇ ਵੀ EMPLOYER ਤੋਂ, ਤੇ ਉਹਨਾਂ ਨੂੰ ਮੇਕ ਸ਼ੋਰ ਕਰਨਾ ਪਏਗਾ ਕਿ ਉਹਨਾਂ ਦਾ EMPLOYER ਜਿਹੜਾ ਹੈ ਉਹ ਅਕ੍ਰੈਡੀਟਡ ਹੈ, ਤਾਂ ਹੀ ਸਿਰਫ ਉਹ ਵਰਕ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ। ਸੋ EMPLOYER ਦਾ ਰੋਲ ਇੱਕ ਤਰ੍ਹਾਂ ਨਾਲ ਜ਼ਿਆਦਾ ਹੋ ਜਾਏਗਾ, ਬਿਕੋਜ਼ ਉਹਨਾਂ ਨੂੰ ਸਾਰੀ ਡਾਕੂਮੈਂਟੇਸ਼ਨ ਤੇ ਪ੍ਰੋਸੈਸ ਫੋਲੋ ਕਰਨਾ ਪਏਗਾ ਆਪਣੇ ਆਪ ਨੂੰ ਅਕ੍ਰੈਡੀਟਡ ਕਰਾਉਣ ਵਾਸਤੇ ਇਮੀਗ੍ਰੇਸ਼ਨ ਦੇ ਨਾਲ। ਜੀ। ਸੋ ਇਹ ਚੇਂਜਸ ਨੇ। ਸੋ ਮੈਨੂੰ ਲੱਗਦਾ EMPLOYER ਦੇ ਹੱਥ ਥੋੜੀ ਜਿਹੀ ਪਾਵਰ ਜ਼ਿਆਦਾ ਦੇਣ ਜਾ ਰਹੀ ਹੈ ਜਿਹੜੀ ਨਿਊਜ਼ੀਲੈਂਡ ਦੀ ਇੱਥੋਂ ਦੀ ਗਵਰਨਮੈਂਟ ਆ। ਸੋ ਇਹਦੇ ਨਾਲ ਪੋਜ਼ਿਟਿਵ ਹੀ ਕਿਤੇ ਨਾ ਕਿਤੇ ਚੇਂਜਸ। ਤੇ ਇੱਕ ਚੀਜ਼ ਹੋਰ, ਜਿੱਦਾਂ ਕਿ ਹੁਣੇ ਜੇ ਗੱਲ ਕਰੀਏ 25-50 ਇਹਨਾਂ ਨੇ ਪੇ ਰੇਟ ਕੀਤਾ ਸੀਗਾ ਕਿ 3 ਸਾਲ ਦਾ ਤੁਸੀਂ ਵੀਜ਼ਾ, ਸੋ ਉਹਦੇ ਨਾਲ ਉਹਦੇ ਤੇ ਵੀ ਚੇਂਜ ਹੋਣ ਜਾ ਰਹੀ ਹੈ ਕਿ ਉਹ ਵੀ ਇਨਕਰੀਜ਼ ਕਰਕੇ 27-50 ਹੋਊਗਾ ਤੇ ਫਿਰ 3 ਸਾਲ ਦਾ ਵੀਜ਼ਾ ਹੋਊਗਾ ਜੀ। ਹਾਂਜੀ ਗਗਨ, ਜਿਹੜਾ ਪੇ ਰੇਟ ਹੈ ਉਹ $27 ਨਵੰਬਰ-ਦਸੰਬਰ 'ਚ ਹੋ ਜਾਣਾ ਸੀ, ਪਰ ਇਮੀਗ੍ਰੇਸ਼ਨ ਨੇ ਇਹਨੂੰ ਪੋਸਟਪੋਨ ਕਰਕੇ ਕਰ ਦਿੱਤਾ ਹੈ ਮਈ-ਜੂਨ ਦੇ
ਵਿੱਚ ਤੇ $27 ਪੇ ਰੇਟ ਹੋ ਜਾਏਗਾ। ਇਟਸ ਬੀਇੰਗ ਪ੍ਰੈਡਿਕਟਡ ਫॉर 3 ਇਅਰਸ ਵੀਜ਼ਾ ਜੀ। ਸੋ ਕਿਉਂ $7 ਦਾ ਮਿਨੀਮਮ ਗੈਪ ਮੈਨੂੰ ਲੱਗਦਾ ਨਿਊਜ਼ੀਲੈਂਡ ਗਵਰਨਮੈਂਟ ਦੇ ਵੱਲੋਂ ਰੱਖਿਆ ਜਾਂਦਾ। ਜੇ ਹਲੇ ਵੀ ਦੇਖੀਏ 18.90 ਆ ਮਿਨੀਮਮ ਪੇ ਰੇਟ ਹੈ ਤੇ 25-50 ਵੀਜ਼ੇ ਦੇ ਲਈ। ਸੋ ਫਿਰ ਤੋਂ ਕਿਉਂ $20 ਜੋ ਗਵਰਨਮੈਂਟ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਜੀ। ਸੋ ਇਹ ਚੇਂਜਸ ਹੋਣ ਜਾ ਰਹੀਆਂ ਨੇ ਵਰਕ ਵੀਜ਼ੇ ਦੇ ਲਈ। ਸੋ ਇਹ ਤਾਂ ਚਲੋ ਆਪਾਂ ਗੱਲ ਕੀਤੀ ਜਿਹੜੀਆਂ ਚੇਂਜਸ ਨੇ ਪ੍ਰੈਡਿਕਟਡ ਨੇ। ਸੋ ਇਹਨਾਂ ਤੋਂ ਕਿਉਂ ਹਲੇ ਸਮਾਂ ਬਹੁਤ ਘੱਟ ਰਹਿ ਗਿਆ। ਸੋ ਕੀ ਆਪਸ਼ਨਸ ਨੇ ਜਿਹੜੇ ਵਰਕ ਵੀਜ਼ਾਸ ਇਹਨਾਂ ਨੂੰ ਦੇਖਣੀਆਂ ਚਾਹੀਦੀਆਂ ਨੇ ਕਿ ਅਸੀਂ ਪਹਿਲਾਂ ਤੋਂ ਆਪਣਾ ਪਲੈਨਿੰਗ ਕਰਕੇ ਚੱਲੀਏ, ਕਿਉਂ ਪਲੈਨਿੰਗ ਕਰਨੀ ਬੜੀ ਜ਼ਰੂਰੀ ਹੁੰਦੀ ਆ। ਸੋ ਉਹ ਕੀ ਪਲੈਨਿੰਗ ਤੁਹਾਡੇ ਕੀ ਸੁਝਾਅ ਨੇ ਕਿ ਕੀ ਪਲੈਨਿੰਗ ਕਰਕੇ ਚੱਲਣ ਕਿ ਤਾਂ ਕਿ ਇਹਨਾਂ ਆਉਂਦੀਆਂ ਹੋਈਆਂ ਜਿਹੜੀਆਂ ਚੇਂਜਸ ਨੇ ਉਹਨਾਂ ਨੂੰ ਕੋਪ ਅਪ ਕਰ ਸਕਣ ਜੀ। ਹਾਂਜੀ ਜ਼ਰੂਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਭ ਤੋਂ ਪਹਿਲਾਂ ਪਲੈਨਿੰਗ ਸਪੈਸ਼ਲੀ ਜਿਨ੍ਹਾਂ ਦੇ ਵੀਜ਼ਾਸ ਇਸ ਸਾਲ ਮੁੱਕ ਰਹੇ ਨੇ, ਸਪੈਸ਼ਲੀ ਲਾਈਕ ਚਾਹੇ ਤੁਹਾਡਾ ਬੇਸਿਕਲੀ ਜੂਨ ਤੋਂ ਦਸੰਬਰ, ਕਿਉਂਕਿ ਕਈਆਂ ਨੂੰ ਤੇ ਆਟੋਮੈਟਿਕ ਐਕਸਟੈਂਸ਼ਨ ਫਿਰ ਤੋਂ ਮਿਲ ਗਈ ਹੈ। ਪਰ ਜੇ ਤੁਹਾਡੇ ਵੀਜ਼ਾ ਦਸੰਬਰ 2021 ਤੱਕ ਵੀ ਮੁੱਕ ਰਹੇ ਨੇ, ਤੁਸੀਂ ਟਰਾਈ ਕਰੋ ਕਿ ਰੂਲਸ ਚੇਂਜ ਹੋਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਆਪਣੇ ਆਪ ਨੂੰ 3 ਇਅਰਸ ਵਾਸਤੇ ਸਿਕਿਉਰ ਕਰ ਲਓ। ਇਹਦੇ ਚ ਨਾ ਰਹੀਏ ਆਪਾਂ। ਜੇ ਪੋਜ਼ਿਟਿਵ ਵੀਜ਼ਾ ਚੇਂਜਸ ਨੇ ਵੈਰੀ ਗੁੱਡ, ਪਰ ਜੇ ਨੈਗੇਟਿਵ ਨੇ ਤੇ ਸਾਡੇ ਕੋਲ ਉਹ ਡੈਡਲਾਈਨ ਨਹੀਂ ਹੋਵੇ ਕਿ ਸਾਡਾ ਵੀਜ਼ਾ ਫਿਨਿਸ਼ ਹੋ ਰਿਹਾ, EMPLOYER ਪਤਾ ਨਹੀਂ ਐਕ੍ਰੈਡਿਟ ਕਰੇਗਾ ਕਿ ਨਹੀਂ ਕਰੇਗਾ, ਜੇ ਕਰਦਾ ਹੈ ਤੇ ਉਹਨੂੰ ਕਿੰਨਾ ਟਾਈਮ ਲੱਗਦਾ ਹੈ। ਸੋ ਸਭ ਤੋਂ ਪਹਿਲੀ ਚੀਜ਼ ਹੈ ਕਿ ਤੁਸੀਂ ਆਪਣੇ ਆਪ ਨੂੰ ਆਪਣੇ 3 ਇਅਰਸ ਵੀਜ਼ਾ ਵਾਸਤੇ ਸਿਕਿਉਰ ਕਰੋ। ਮਤਲਬ ਜੇ ਤੁਸੀਂ ਐਸੈਂਸ਼ੀਅਲ ਸਕਿੱਲ ਅਪਲਾਈ ਕਰਨਾ ਹੈ, ਜੌਬ ਤੇ ਅਪਲਾਈ ਕਰਨਾ ਹੈ, ਤੁਸੀਂ ਉਹ ਕਰੋ। ਕੁਝ ਆਕਿਊਪੇਸ਼ਨਸ ਹੋਣਗੀਆਂ ਸ਼ਾਇਦ ਜਿਹੜੀਆਂ ਲੌਂਗ ਟਰਮ ਸਕਿੱਲ ਸ਼ਾਰਟੇਜ ਚ ਆਉਂਦੀਆਂ ਹੋਣਗੀਆਂ। ਫੋਰ ਐਗਜ਼ਾਮਪਲ ਸ਼ੈਫ ਹੋ ਗਏ, ਇਲੈਕਟ੍ਰੀਸ਼ੀਅਨਸ ਹੋ ਗਏ, ਡਾਕਟਰਸ ਨੇ, ਹੈ ਨਾ। ਤੇ ਇਹਨਾਂ ਨੂੰ ਤੁਸੀਂ ਜੇ ਤੁਸੀਂ ਇਹਨਾਂ ਟ੍ਰੇਡਸ ਦੇ ਵਿੱਚੋਂ ਤੇ ਤੁਸੀਂ ਟਰਾਈ ਕਰੋ ਤੁਸੀਂ ਵਰਕ ਟੂ ਰੈਜ਼ੀਡੈਂਸ ਕਰ ਲਓ, ਕਿਉਂਕਿ ਇਸ ਕੈਟੇਗਰੀ ਦਾ ਤੁਸੀਂ ਹੁਣ ਇਹ ਲਾਸਟ ਤੁਹਾਡੇ ਕੋਲ ਚਾਂਸ ਹੈ ਐਡਵਾਂਟੇਜ ਲੈਣ ਦਾ, ਕਿਉਂਕਿ ਐਕ੍ਰੈਡਿਟਡ ਵੀ ਬੰਦ ਹੋ ਜਾਣੀ ਹੈ ਜੀ, ਲੌਂਗ ਟਰਮ ਵੀ ਬੰਦ ਹੋ ਜਾਣੀ ਹੈ। ਜੇ ਤੁਸੀਂ ਸ਼ੈਫ ਹੋ, ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈ, ਤੁਹਾਨੂੰ 5 ਸਾਲ ਦਾ ਐਕਸਪੀਰੀਅੰਸ ਹੈਗਾ ਤੇ ਤੁਸੀਂ ਡੈਫੀਨਿਟਲੀ ਇਹਦਾ ਫਾਇਦਾ ਚੱਕੋ ਜੀ। ਬਿਲਕੁਲ। ਸੋ ਮੈਂ ਕਹਿੰਦਾ ਇੱਕ ਵਾਰੀ ਤੁਸੀਂ ਜ਼ਰੂਰ ਇਹ ਜਿਹੜੀਆਂ ਫੀਲਡ ਦੇ ਨਾਮ ਦੱਸਿਓ, ਦੁਬਾਰਾ ਦੱਸਿਓ ਕਿ ਕਿਹੜੀਆਂ ਫੀਲਡ ਦੇ ਵਿੱਚ ਕਿਉਂ PR ਦੀ ਆਪਸ਼ਨ ਹਲੇ ਅਵੇਲੇਬਲ ਆ, ਕਿਉਂ ਇਸ ਤੋਂ ਬਾਅਦ ਜਦੋਂ ਤੁਸੀਂ ਕਿਹਾ ਚੇਂਜਸ ਦੇ ਨਾਲ ਥੋੜਾ ਨੈਗੇਟਿਵ ਉਹ ਫੀਲਡ ਦੇ ਉੱਤੇ ਇੰਪੈਕਟ ਜਾਣਾ, ਸੋ ਉਹ ਜ਼ਰੂਰ ਵਹੀਰਾਂ ਘੱਟ ਕੇ ਪਹਿਲੋਂ PR ਵੱਲ ਨੂੰ ਪਾਉਣ ਜਾਣ। ਸੋ ਜ਼ਰੂਰ ਜ਼ਿਕਰ ਕਰਿਓ ਜੀ। ਹਾਂਜੀ, ਸਪੈਸ਼ਲੀ ਜਿਹੜੀਆਂ ਆਪਾਂ ਜੇ ਗੱਲ ਕਰੀਏ ਜਿਹੜੀਆਂ ਮੇਨ ਕੁਝ ਉਦਾਂ ਤਾਂ ਲੌਂਗ ਟਰਮ ਸਕਿੱਲ ਸ਼ਾਰਟੇਜ ਦੀ ਲਿਸਟ ਥੋੜੀ ਲੰਬੀ ਹੈ, ਪਰ ਜਿਹੜੀਆਂ ਮੇਨ ਆਕਿਊਪੇਸ਼ਨਸ ਜਿਹੜੀ ਅਸੀਂ ਕਹਿ ਸਕਦੇ ਹਾਂ ਸਾਡੇ ਮਾਈਗ੍ਰੈਂਟਸ ਜ਼ਿਆਦਾ ਉਹਦੇ ਚ EMPLOY ਹੈ, ਇੱਕ ਹੈਗੀ ਹੈ ਸ਼ੈਫ ਦੀ, ਜਿਹੜੇ ਆਪਾਂ ਤੁਸੀਂ ਗੱਲ ਕਰ ਲਓ ਚਾਹੇ ਇੰਡੀਅਨ ਆਪਣੇ ਕੁਜ਼ੀਨ ਚ ਨੇ ਜਾਂ ਕਈ ਰੈਸਟੋਰੈਂਟਸ ਡਿਫਰੈਂਟ, ਇਵਨ ਚਾਹੇ ਯੂਰੋਪੀਅਨ ਸਟਾਈਲ ਚ ਵੀ। ਸ਼ੈਫਸ ਦੀ ਜਿਹੜੀ ਲੌਂਗ ਟਰਮ ਸਕਿੱਲ ਸ਼ਾਰਟੇਜ ਦੀ ਰਿਕੁਆਇਰਮੈਂਟ ਹੈ ਉਹ ਇਹ ਕਹਿੰਦੀ ਹੈ ਕਿ ਤੁਹਾਡੇ ਕੋਲ ਲੈਵਲ 4 ਦੀ ਕੁਆਲੀਫਿਕੇਸ਼ਨ ਹੋਵੇ। ਡਸਨਟ ਮੈਟਰ ਇਨ ਨਿਊਜ਼ੀਲੈਂਡ ਹੈ ਜਾਂ ਓਵਰਸੀਜ਼ ਹੈ। ਜੇ ਓਵਰਸੀਜ਼ ਹੈਗੀ ਹੈ ਤੁਸੀਂ ਉਹਦਾ NZQA ਅਸੈਸਮੈਂਟ ਕਰਾਣੀ ਹੈਗੀ ਤੇ ਤੁਹਾਡੇ ਕੋਲ ਟੋਟਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਇਟਸ ਨਾਟ ਲਾਈਕ ਕਿ ਉਹਦੇ ਚ ਕਿਉਂਕਿ ਲਿਖਿਆ ਹੁੰਦਾ ਹੈ ਕਿ ਮਿਨੀਮਮ 2 ਇਅਰਸ ਆਫ ਸ਼ੈਫ ਡਿਪਾਰਟੇ। ਅਸੀਂ ਰੀਸੈਂਟਲੀ ਕਾਲਸ ਲਈਆਂ, ਉਹ ਕਨਫਿਊਜ਼ ਕਰਦੇ ਕਿ ਪੂਰੇ 5 ਸਾਲ ਦਾ ਸ਼ੈਫ ਡਿਪਾਰਟੇ ਜਾਂ ਹੈਡ ਸ਼ੈਫ। ਤੁਹਾਨੂੰ 5 ਸਾਲ ਫੋਰ ਐਗਜ਼ਾਮਪਲ ਜੇ ਤੁਸੀਂ ਕਦੀ ਕੌਮੀ 1, ਕਦੀ ਕਿਚਨ ਹੈਂਡ, ਕਦੀ ਤੁਸੀਂ ਕੁੱਕ ਵੀ ਕੰਮ ਕੀਤਾ ਤੇ ਤੁਹਾਡੇ ਪੂਰੇ 5 ਸਾਲ ਦਾ, ਪ੍ਰੋਵਾਈਡਡ ਉਹ ਐਕਸਪੀਰੀਅੰਸ ਆਲਾ ਕਾਟੇ ਜਾਂ ਤੁਹਾਡੀ ਕਮਰਸ਼ੀਅਲ ਕੇਟਰਿੰਗ ਵਾਲਾ ਜਿਹੜਾ ਸਿਸਟਮ ਹੈਗਾ ਉਹਦੇ ਚ ਹੋਣਾ ਚਾਹੀਦਾ ਆ। ਸੋ ਸ਼ੈਫ ਹੋ ਗਏ ਕਿਉਂਕਿ ਮੇਨਲੀ ਇੱਕ ਇਹ ਆਕਿਊਪੇਸ਼ਨ ਹੈ। ਦੂਸਰੀ ਸਾਡੇ ਕੋਲ ਆਕਿਊਪੇਸ਼ਨ ਹੈਗੀ ਹੈ ਡੀਜ਼ਲ ਮੋਟਰ ਮਕੈਨਿਕ ਦੀ। ਸਾਰੇ ਅਸੀਂ ਦੇਖਿਆ ਬਹੁਤ ਸਾਰੇ ਟ੍ਰੇਡ ਵਰਕਰਸ ਸਪੈਸ਼ਲੀ ਫਰਮ ਫੀਜੀ ਤੋਂ, ਉਹਨਾਂ ਨੇ ਉੱਥੇ ਆਪਣੇ ਟ੍ਰੇਡ ਸਰਟੀਫਿਕੇਟਸ ਕੀਤੇ ਹੁੰਦੇ ਨੇ ਆਪਣੇ ਆਟੋਮੋਬਾਈਲਸ ਦੇ ਵਿੱਚ। ਤੁਹਾਡੀ ਉਹਦੀ ਰਿਕੁਆਇਰਮੈਂਟ ਹੈਗੀ ਹੈ ਡੀਜ਼ਲ ਮੋਟਰ ਮਕੈਨਿਕ ਦੀ ਕਿ ਤੁਹਾਡੇ ਕੋਲ ਸਰਟੀਫਿਕੇਟ ਅਗੇਨ ਲੈਵਲ 4 ਤੇ ਤੁਹਾਡਾ ਐਂਡ ਪੋਸਟ ਸਟੱਡੀ ਤੁਹਾਡਾ 3 ਸਾਲ ਦਾ ਐਕਸਪੀਰੀਅੰਸ। ਸੋ ਉਹਦੇ ਵਿੱਚ ਤੁਸੀਂ ਅਗੇਨ ਕੁਆਲੀਫਾਈ ਕਰ ਸਕਦੇ ਹੋ। ਤੇ ਇੱਕ ਹੋਰ ਆਕਿਊਪੇਸ਼ਨ ਹੈਗੀ ਹੈ ਇੰਟਰਸਟਿੰਗ, ਦੈਟ ਇਜ਼ ਇਲੈਕਟ੍ਰੀਸ਼ੀਅਨ। ਇਹਦੀ ਕੁਆਲੀਫਿਕੇਸ਼ਨ ਰਿਕੁਆਇਰਮੈਂਟ ਨਹੀਂ ਹੈ ਪਰ ਇਹਦੀ ਰਜਿਸਟ੍ਰੇਸ਼ਨ ਰਿਕੁਆਇਰਮੈਂਟ ਹੈ। ਰਜਿਸਟ੍ਰੇਸ਼ਨ ਤੁਹਾਨੂੰ ਇੱਥੇ ਦਾ ਜਿਹੜਾ ਇਲੈਕਟ੍ਰੀਕਲ ਬੋਰਡ ਹੈਗਾ EWRB, ਉਹਨਾਂ ਤੋਂ ਜੇ ਤੁਸੀਂ ਓਵਰਸੀਜ਼ ਤੋਂ ਕੁਆਲੀਫਾਈਡ ਹੋ ਤੁਹਾਨੂੰ ਆਪਣਾ ਇੱਥੇ ਦਾ ਲਿਮਿਟਡ। ਗੁੱਡ ਪਾਰਟ ਇਜ਼ ਕਿ ਤੁਸੀਂ ਏਦਾਂ ਨਹੀਂ ਕਿ ਫੁੱਲ ਲਾਇਸੈਂਸ ਹੋਣੇ ਚਾਹੀਦੇ ਹੋ, ਈਵਨ ਜੇ ਤੁਸੀਂ ਲਿਮਿਟਡ ਲਾਇਸੈਂਸ ਹੋਲਡਰ ਵੀ ਹੋ ਸਟਿਲ ਤੁਸੀਂ ਆਪਣਾ ਜਾ ਸਕਦੇ ਹੋ ਵਰਕ ਟੂ ਰੈਜ਼ੀਡੈਂਸ ਵਾਸਤੇ। ਜੀ ਬਿਲਕੁਲ, ਬਹੁਤ ਵਧੀਆ ਤੁਸੀਂ ਸੁਝਾਅ ਦਿੱਤੇ ਆ ਕਿਉਂ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੇ ਚੇਂਜਸ ਹੋਣ ਜਾ ਰਹੀਆਂ ਨੇ, ਸੋ ਪਹਿਲੋਂ ਤੋਂ ਆਪਾਂ ਨੂੰ ਤਿਆਰ ਰਹਿ ਕੇ ਪਹਿਲਾਂ ਤੋਂ ਪਲਾਨ ਕਰਕੇ ਚੱਲਣਾ ਚਾਹੀਦਾ।
ਸੋ ਇਹ ਤਾਂ ਅਸੀਂ ਜੇ ਗੱਲ ਕਰੀਏ ਆਪਾਂ ਹੋਣ ਵਾਲੇ ਚੇਂਜਸ ਦੀ, ਸੋ ਕੋਵਿਡ ਕਰਕੇ ਜ਼ਰੂਰ ਤੁਸੀਂ ਪਹਿਲਾਂ ਜ਼ਿਕਰ ਕਰਿਓ ਕਿ ਕਿੰਨਾ ਕੁ ਇੰਪੈਕਟ ਪਿਆ ਇਮੀਗ੍ਰੇਸ਼ਨ ਦੇ ਉੱਤੇ, ਕਿਉਂ ਬਹੁਤ ਸਾਰੇ ਅਸੀਂ ਦੇਖਿਆ ਕਿ ਵੀਜ਼ਾਸ ਵੀ ਐਕਸਟੈਂਡ ਕੀਤੇ ਗਏ ਗਵਰਨਮੈਂਟ ਦੇ ਵੱਲੋਂ, ਕਾਫੀ ਹੈਲਪ ਵੀ ਕੀਤੀ ਗਈ। ਸੋ ਕੋਵਿਡ ਕਰਕੇ ਇਮੀਗ੍ਰੇਸ਼ਨ ਫੀਲਡ ਦੇ ਉੱਤੇ ਕਿੰਨਾ ਕੁ ਇੰਪੈਕਟ ਪਿਆ, ਰੂਲ ਸਖਤ ਹੋਣ ਜਾ ਰਹੇ ਨੇ ਜਾਂ ਨਰਮ ਹੋਣ ਜਾ ਰਹੇ ਨੇ, ਜਾਂ ਕਿੱਦਾਂ ਦਾ ਇੰਪੈਕਟ ਪਿਆ, ਉਹ ਤੁਸੀਂ ਜ਼ਰੂਰ ਦੱਸਿਓ ਜੀ। ਦੇਖੋ ਇਦਾਂ ਹੈ ਗਗਨ ਕਿ ਕੋਵਿਡ ਦਾ ਇੰਪੈਕਟ ਵਰਲਡ ਵਾਈਡ, ਨੋ ਮੈਟਰ ਅਸੀਂ ਕਿਹੜੇ ਕੰਟਰੀ ਜਾਂ ਕਿਹੜੀ ਇੰਡਸਟਰੀ ਨੂੰ ਬਿਲੋਂਗ ਕਰਦੇ ਆ, ਹਰ ਇੱਕ ਇੰਡਸਟਰੀ ਤੇ ਕੋਈ ਵੀ ਕੰਟਰੀ, ਕੋਈ ਵੀ ਇੰਡਸਟਰੀ ਇਦਾਂ ਦੀ ਨਹੀਂ ਹੈ ਜਿਹੜੀ ਕੋਵਿਡ ਦੇ ਇਫੈਕਟਸ ਤੋਂ ਬਚੀ ਹੋਵੇ। ਜੇ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਤੇ ਡੈਫੀਨੇਟਲੀ ਇਮੀਗ੍ਰੇਸ਼ਨ ਤੇ ਇਸ ਇੰਡਸਟਰੀ ਤੇ ਬਹੁਤ ਜ਼ਿਆਦਾ ਇੰਪੈਕਟ ਹੈ ਕੋਵਿਡ ਦਾ, ਸਪੈਸ਼ਲੀ ਜਿਹੜੇ ਬਾਰਡਰਸ ਕਲੋਜ਼ ਹੋਣ ਨਾਲ ਜਿਹੜੇ ਉੱਥੇ ਓਵਰਸੀਜ਼ ਆਪਣੇ ਮਾਈਗ੍ਰੈਂਟਸ ਸਟਕ ਹੈ ਉਹਨਾਂ ਤੇ ਜਿਹੜੇ ਵਾਪਸ ਨਹੀਂ ਆ ਪਾ ਰਹੇ ਉਹ। ਤੇ ਦੂਸਰੀ ਗੱਲ ਹੈ ਜਿਹੜੀ ਇਮੀਗ੍ਰੇਸ਼ਨ ਦੀਆਂ ਪਾਲਿਸੀ ਚੇਂਜਸ ਨੇ ਜਿਹਦੇ ਵਿੱਚ ਉਹਨਾਂ ਨੇ ਰੈਜ਼ੀਡੈਂਸ ਕੈਟੇਗਰੀ ਹਜੇ ਫਿਲਹਾਲ ਬੰਦ ਕਰਕੇ ਰੱਖੀ ਹੋਈ ਹੈ। ਜੇ ਆਪਾਂ ਸਕਿਲਡ ਮਾਈਗ੍ਰੈਂਟ ਕੈਟੇਗਰੀ ਦੀ ਗੱਲ ਕਰਦੇ ਆ, ਜੇ ਅਸੀਂ ਫੈਮਿਲੀ ਪੈਰੈਂਟ ਕੈਟੇਗਰੀ ਦੀ ਗੱਲ ਕਰਦੇ ਆ ਤੇ ਉਹ ਵੀ ਓਪਨ ਹੋਣੀ ਸੀ ਪਰ ਉਹ ਵੀ ਸਟਿਲ ਸਸਪੈਂਡ ਕਰ ਦਿੱਤੀ ਹੈ। तो आने वाले टाइम 'ਚ देखना है कि कदों ਇਹ ਚੇਂजेस ਕਦੋਂ ਇਹ ਪਾਲਿਸੀਜ਼ ਦੁਬਾਰਾ ਓਪਨ ਹੁੰਦੀਆਂ ਤੇ ਕਦੋਂ ਇਹ ਕੈਟੇਗਰੀਜ਼ ਫਿਰ ਓਪਨ ਹੁੰਦੀਆਂ। ਇੱਕ ਚੀਜ਼ ਜਿਹੜੀ ਵਰਕ ਵੀਜ਼ਾ ਵਾਲੇ ਵਾਸਤੇ ਚੰਗੀ ਹੈ, ਜਿਹੜੇ ਔਨ ਸ਼ੋਰ ਨੇ ਇਮੀਗ੍ਰੇਸ਼ਨ ਨੇ ਉਹਨਾਂ ਦੀ ਪ੍ਰੋਸੈਸਿੰਗ ਥੋੜੀ ਫਾਸਟ ਕਰ ਦਿੱਤੀ ਹੈ ਤੇ 3 ਇਅਰਸ ਵੀਜ਼ਾ ਵਾਸਤੇ ਇਮੀਗ੍ਰੇਸ਼ਨ ਨੇ ਥੋੜਾ ਜਿਹਾ ਆਪਣੇ ਰੂਲਸ ਰਿਲੈਕਸ ਕੀਤੇ ਹਨ। ਤੇ ਜਿਹੜੀ ਸਰਬਜੀਤ ਗੱਲ ਕਰ ਰਹੀ ਸੀ ਲੌਂਗ ਟਰਮ ਸ਼ਾਰਟੇਜ ਸਕਿੱਲ ਲਿਸਟ ਦੀ, ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦੀ ਸੀ ਉਹਦੇ ਵਿੱਚ, ਜਿਹੜੀ ਆਪਾਂ ਸ਼ੈਫਸ, ਇਲੈਕਟ੍ਰੀਸ਼ੀਅਨ ਜਾਂ ਡੀਜ਼ਲ ਮੋਟਰ ਮਕੈਨਿਕ ਦੀ ਗੱਲ ਕੀਤੀ, ਕਿਉਂਕਿ ਬਹੁਤ ਸਾਰੇ ਇਦਾਂ ਦੇ ਟ੍ਰੇਡ ਆਕੂਪੇਸ਼ਨਸ ਨੇ ਜਿਹਦੇ ਚ ਜਿਹੜੇ ਮਾਈਗ੍ਰੈਂਟਸ ਨੇ ਉਹ ਇੰਗਲਿਸ਼ ਰਿਕੁਆਇਰਮੈਂਟ ਫੁਲਫਿਲ ਨਹੀਂ ਕਰ ਸਕਦੇ। ਸੋ ਬਿਊਟੀ ਆਫ ਦਿਸ ਕੈਟੇਗਰੀਜ਼ ਕਿ ਤੁਹਾਨੂੰ ਇੰਗਲਿਸ਼ ਰਿਕੁਆਇਰਮੈਂਟ ਦੀ ਲੋੜ ਨਹੀਂ ਹੈ। ਦੂਸਰੀ ਬਿਊਟੀ ਆਫ ਦਿਸ ਕੈਟੇਗਰੀਜ਼ ਕਿ ਤੁਹਾਨੂੰ ਪੇ ਰੇਟ ਦੀ ਲੋੜ ਨਹੀਂ ਹੈ। ਸੋ ਅਗਰ ਕਿਸੇ ਦੀ ਇੰਗਲਿਸ਼ ਦੇ ਕਰਕੇ ਐਸਐਮਸੀ ਦੇ ਵਿੱਚ ਇੰਗਲਿਸ਼ ਮੈਂਡੇਟਰੀ ਰਿਕੁਆਇਰਮੈਂਟ ਹੈ ਤੇ ਅਗਰ ਇੰਗਲਿਸ਼ ਰਿਕੁਆਇਰਮੈਂਟ ਕੋਈ ਨਹੀਂ ਮੀਟ ਕਰ ਸਕਦੇ ਸ਼ੈਫ ਤੇ ਜੇ ਉਹ ਕੁਆਲੀਫਾਈ ਕਰਦੇ ਤੇ ਜ਼ਰੂਰ ਉਹਨਾਂ ਨੂੰ ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਇਸ ਕੈਟੇਗਰੀ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ। ਜੀ ਬਿਲਕੁਲ। ਸੋ ਸਾਡੇ ਕੋਲੇ ਕਾਫੀ ਸਵਾਲ ਵੀ ਆਉਣੇ ਸ਼ੁਰੂ ਹੋ ਗਏ ਨੇ, ਸੋ ਮੈਂ ਜਿਹੜੇ ਸਾਡੇ ਨਾਲ ਲਿਸਨਰ ਜੁੜੇ ਹੋਏ ਨੇ ਉਹ ਆਪਣੇ ਸਵਾਲ ਸਾਡੇ ਨਾਲ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਮੈਸੇਜ ਕਰਕੇ ਦੱਸ ਸਕਦੇ ਨੇ ਜਾਂ ਫਿਰ ਸਾਨੂੰ ਲਾਈਵ ਇਨ ਕਮੈਂਟਸ ਜਾਂ ਕਾਲ ਕਰਕੇ ਵੀ ਦੱਸ ਸਕਦੇ ਨੇ। ਸੋ ਜ਼ਿਕਰ ਕੀਤਾ ਕਿ ਆਪਾਂ ਕੋਵਿਡ ਕਰਕੇ ਕੀ ਇਫੈਕਟ ਰਿਹਾ, ਸੋ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਕੋਵਿਡ ਕਰਕੇ ਬਹੁਤ ਸਾਰੇ ਵੀਜ਼ਾ ਸੀਗੇ ਜਿਹੜੇ ਲਗਾਤਾਰ ਗਵਰਨਮੈਂਟ ਦੇ ਵੱਲੋਂ ਐਕਸਟੈਂਡ ਕਰ ਦਿੱਤੇ ਗਏ। ਸੋ ਹੁਣ ਆਉਂਦੇ ਸਮਿਆਂ ਦੇ ਵਿੱਚ ਉਹ ਵੀਜ਼ਾਸ ਐਕਸਪਾਇਰ ਹੋਣ ਜਾ ਰਹੇ ਨੇ। ਸੋ ਜਿਨ੍ਹਾਂ ਦੇ ਵੀਜ਼ਾਸ ਐਕਸਪਾਇਰ ਹੋਣ ਜਾ ਰਹੇ ਨੇ ਸੋ ਉਹਨਾਂ ਦੇ ਲਈ ਕੀ ਆਪਸ਼ਨਸ ਅਵੇਲੇਬਲ ਨੇ ਕਿ ਅੱਗੇ ਉਹਨਾਂ ਦਾ ਫਿਊਚਰ ਵਧੀਆ ਹੋ ਸਕੇ। ਆਪਾਂ ਸਟੱਡੀ ਦੀ ਆਪਸ਼ਨ ਲੈ ਕੇ ਚੱਲੀਏ ਵੀ ਕਿਹੜੀ ਫੀਲਡ ਦੇ ਵਿੱਚ ਉਹ ਜਾ ਸਕਦੇ ਆ ਕਿ ਜਿਨ੍ਹਾਂ ਦੇ ਵੀਜ਼ਾਸ ਐਕਸਪਾਇਰ ਹੋ ਚੁੱਕੇ ਨੇ, ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਹੋਣਗੇ। ਸੋ ਉਹਨਾਂ ਦੇ ਲਈ ਕੀ ਜਿਹੜੀਆਂ ਆਪਸ਼ਨਸ ਨੇ, ਕੋਈ ਵੀ ਇਮੀਗ੍ਰੇਸ਼ਨਸ ਕਿਹੜੀਆਂ ਚੀਜ਼ਾਂ, ਕਿਹੜੀ ਸਟੱਡੀ ਰეკਮੈਂਡ ਕਰਦਾ ਜੀ? ਰਾਈਟ, ਥੈਂਕ ਯੂ ਗਗਨ। ਤੇ ਜੀ ਡਿਪੈਂਡ ਕਰਦਾ ਪ੍ਰੋਫਾਈਲ ਟੂ ਪ੍ਰੋਫਾਈਲ। ਕਾਫੀ ਜਿਹੜੇ ਮਾਈਗ੍ਰੈਂਟਸ ਨੇ, ਮੈਰਿਡ ਕਪਲ ਆਏ ਸੀ, ਹੁਣ ਵੀਜ਼ਾ ਆਪਸ਼ਨ ਖਤਮ ਹੋ ਰਹੇ ਨੇ, ਵਾਈਫ ਨੇ ਬੈਕ ਇਨ ਇੰਡੀਆ ਬੈਚਲਰਸ ਕੀਤੀ ਹੋਈ ਹੈ ਜੀ, ਤੇ ਫॉर ਐਗਜ਼ਾਮਪਲ ਉਸ ਕੇਸ ਦੇ ਵਿੱਚ अर्ਲੀ ਚਾਈਲਡਹੁੱਡ ਐਜੂਕੇਸ਼ਨ ਦਾ ਕਾਫੀ ਅੱਛਾ ਪਾਥਵੇ ਹੈਗਾ, ਮਾਸਟਰਸ ਕਰ ਸਕਦੇ ਨੇ, ਲੀਡਿੰਗ ਟੂ ਰਜਿਸਟ੍ਰੇਸ਼ਨ ਵਾਲੇ ਕੋਰਸਸ ਕਰ ਸਕਦੇ ਨੇ ਜੀ। ਉਹਦੇ ਨਾਲ ਸਪਾਊਸ ਨੂੰ ਵੀ ਵੀਜ਼ਾ ਮਿਲੇਗਾ ਜੀ ਐਸ ਪਰ ਇਮੀਗ੍ਰੇਸ਼ਨ ਇੰਸਟਰਕਸ਼ਨਸ, ਤੇ ਸਟੂਡੈਂਟ ਵੀਜ਼ਾ ਮੇਨ ਐਪਲੀਕੈਂਟ ਨੂੰ ਮਿਲੇਗਾ। ਹੈਲਥ ਕੇਅਰ ਦੇ ਪ੍ਰੋਗਰਾਮਸ ਨੇ ਜਿਹਦੇ ਵਿੱਚ ਕਾਫੀ ਇੰਪਲੋਇਮੈਂਟ ਓਪਰਚੁਨਿਟੀਜ਼ ਹੈਗੀਆਂ ਨੇ ਜੀ। ਲੋਅਰ ਲੈਵਲ ਪ੍ਰੋਗਰਾਮਸ ਨੇ, ਲੈਵਲ 3, 4 ਐਂਡ 5 ਪ੍ਰੋਗਰਾਮਸ ਨੇ, ਸਰਟੀਫਿਕੇਟ ਪ੍ਰੋਗਰਾਮਸ ਨੇ ਜੀ। ਜਾਂ ਫਿਰ ਅਗਰ ਕਿਸੇ ਨੇ ਮੈਨੇਜਮੈਂਟ ਬੈਕਗ੍ਰਾਉਂਡ ਕਿਸੇ ਦਾ ਹੈਗਾ, ਬੈਚਲਰਸ ਕੀਤੀ ਹੈ ਜਾਂ ਲੈਵਲ 5, 6 ਬਿਜ਼ਨਸ ਕੀਤਾ ਹੈ ਜੀ, ਤੇ ਬੈਚਲਰਸ ਇਨ ਬਿਜ਼ਨਸ ਕਰ ਸਕਦੇ ਨੇ, ਅਪਲਾਈਡ ਮੈਨੇਜਮੈਂਟ ਕਰ ਸਕਦੇ ਨੇ ਜੀ, ਪੋਸਟ ਗ੍ਰੈਜੂਏਟ ਜਾਂ ਮਾਸਟਰਸ ਇਨ ਬਿਜ਼ਨਸ ਕਰ ਸਕਦੇ ਨੇ। ਐਂਡ ਸਿਮਿਲਰਲੀ ਆਈਟੀ ਵਾਲਿਆਂ ਵਾਸਤੇ ਵੀ ਅਗਰ ਕਿਸੇ ਨੇ 5 ਐਂਡ 6 ਆਈਟੀ ਕੀਤਾ ਹੈ ਜੀ ਤੇ ਜੌਬ ਸਰਚ ਮੁੱਕਣ ਵਾਲਾ, ਜੌਬ ਨਹੀਂ ਮਿਲੀ, ਕੁਝ ਕਰਨਾ ਚਾਹੁੰਦੇ ਨੇ ਤੇ ਜੀ ਬੈਚਲਰਸ ਇਨ ਆਈਟੀ ਦੇ ਵਿੱਚ ਕ੍ਰਾਸ ਕ੍ਰੈਡਿਟਸ ਲੈ ਕੇ ਫਿਰ ਤੋਂ ਐਡਮਿਸ਼ਨ ਲੈ ਸਕਦੇ ਨੇ ਜੀ। ਜੇ 2 ਸਾਲਾਂ ਦੀ ਬੈਚਲਰਸ ਉਹ ਕਰਦੇ ਨੇ ਤਾਂ ਉਹਨਾਂ ਨੂੰ ਫਿਰ ਤੋਂ ਜੌਬ ਸਰਚ ਵੀਜ਼ਾ ਮਿਲ ਸਕਦਾ ਹੈ ਜੀ। ਤੇ ਆਪਸ਼ਨਸ ਬਹੁਤ ਨੇ, ਵਿਦ ਇਨ ਆਕਲੈਂਡ ਬੜੇ ਆਪਸ਼ਨ ਨੇ, ਆਊਟ ਆਫ ਆਕਲੈਂਡ ਬੜੇ ਆਪਸ਼ਨਸ ਨੇ ਜੀ। ਅਗਰ ਜੇ ਆਕਲੈਂਡ ਤੁਸੀਂ ਕਾਫੀ ਸਾਲ ਲਗਾ ਦਿੱਤੇ ਨੇ ਨਾ, ਤੁਸੀਂ ਦੂਸਰੀ ਏਰੀਆ ਐਕਸਪਲੋਰ ਕਰਨਾ ਚਾਹੁੰਦੇ ਹੋ, ਹਾਰਟੀਕਲਚਰ ਬਹੁਤ ਸੋਹਣਾ ਆਪਸ਼ਨ ਹੈਗਾ ਜੀ। ਸਾਡੇ ਆਪਣੇ ਪੰਜਾਬੀ ਕਾਫੀ ਹਾਰਟੀਕਲਚਰ ਇੰਡਸਟਰੀ ਵਿੱਚ ਜੁੜਦੇ ਨੇ, ਜੌਬ ਕਰਦੇ ਨੇ ਤੇ ਉਹਨਾਂ ਵਾਸਤੇ ਕਾਫੀ ਆਪਸ਼ਨਸ ਨੇ ਜੀ। ਬਿਲਕੁਲ। ਸੋ ਕਿਉਂ ਇੱਕ ਤਰ੍ਹਾਂ ਦਾ ਸਟ੍ਰੈਸ ਦਾ ਪੀਰੀਅਡ ਆ ਜਾਂਦਾ ਜਦੋਂ ਸਾਡਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੁੰਦਾ ਤੇ ਡੇਟ ਨਜ਼ਦੀਕ ਆਉਂਦੀ ਰਹਿੰਦੀ ਆ। ਸੋ ਉੱਥੇ ਆਪਸ਼ਨਸ ਸਟੱਡੀ ਦੀ ਹੀ ਬੈਟਰ ਹੈਗੀ ਆ ਕਿ ਕਈ ਵਾਰ ਸਾਡੇ ਪੰਜਾਬੀ ਜ਼ਿਆਦਾਤਰ ਅਸੀਂ ਕਹਿੰਦੇ ਕਿ ਹੁਣ ਅਸੀਂ ਸਟੱਡੀ ਕਰ ਲਈ, ਵੀ ਹੁਣ ਅਸੀਂ ਸਟੱਡੀ ਵੱਲ ਨੂੰ ਨਹੀਂ ਜਾਣਾ ਹੈਗਾ। ਸੋ ਵੀ ਅਸੀਂ ਵੀ ਕਿਸੇ EMPLOYER ਦੇ ਥਰੂ ਵੀਜ਼ਾ ਜਾਂ ਕੁਝ ਇਦਾਂ ਦੀ ਆਪਸ਼ਨਸ ਵੱਲ ਚਲੇ ਜਾਂਦੇ। ਸੋ ਬੈਟਰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਜ਼ਿਆਦਾਤਰ ਇਹਨਾਂ ਵੀਜ਼ਿਆਂ ਦੇ ਗੇੜਿਆਂ ਦੇ ਨਾਲੋਂ ਮੇਰੇ ਹਿਸਾਬ ਦੇ ਨਾਲ ਕਿ ਬੈਟਰ ਕੋਈ ਸਟੱਡੀ ਲੈ ਕੇ ਅਸੀਂ ਬੈਟਰ ਕਿਸੇ ਫੀਲਡ ਦੇ ਵਿੱਚ ਆਇਆ? ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੋ ਜੀ?
ਦੇਖੋ ਇਦਾਂ ਹੈਗਾ ਗਗਨ, ਕਈ ਵਾਰੀ ਜੇ ਤੁਹਾਨੂੰ ਆਪ ਪਤਾ ਹੈ ਤੁਸੀਂ ਕਿਹੜਾ ਕੈਰੀਅਰ ਪਾਥ ਚੂਜ਼ ਕਰਨਾ ਹੈ ਜੀ, ਕਈ ਵਾਰੀ ਅਸੀਂ ਐਸੇ ਕਨਫਿਊਜ਼ਨ ਚ ਹੁੰਦੇ ਹਾਂ ਕਿ ਅਸੀਂ ਜਿਹੜੀ ਸਟੱਡੀ ਦੇ ਬੇਸ ਤੇ ਆਏ ਸੀਗੇ ਇੰਡੀਆ ਤੋਂ ਅਸੀਂ ਉਸੇ 'ਚ ਹੀ ਜੌਬ ਕਰਾਂਗੇ, ਉਸੇ 'ਚ ਹੀ ਅੱਗੇ ਜਾਵਾਂਗੇ ਤੇ ਆਪਾਂ ਰੈਜ਼ੀਡੈਂਟ ਹੋ ਪਾਵਾਂਗੇ, ਹੈ ਨਾ? ਜੀ ਬਿਲਕੁਲ। ਸੋ ਇਹ ਬੜੀ ਇੱਕ ਵੱਡੀ ਕਨਫਿਊਜ਼ਨ ਹੈ। ਉਹ ਕਈ ਵਾਰੀ ਇਦਾਂ ਭੁੱਲ ਜਾਂਦੇ ਨੇ। ਫੋਰ ਐਗਜ਼ਾਮਪਲ ਮੈਂ ਹੁਣੇ ਤੱਕ ਜਿੰਨੇ ਵੀ ਇਲੈਕਟ੍ਰੀਸ਼ੀਅਨਸ ਦੀ ਗੱਲ ਕਰ ਰਹੀ ਹਾਂ ਉਹ ਇੱਥੇ ਆਏ ਲੈਵਲ 5 ਜਾਂ 6 ਬਿਜ਼ਨਸ ਵਾਸਤੇ ਸੀ, ਪਰ ਬੈਕ ਇਨ ਇੰਡੀਆ ਚ ਉਹਨਾਂ ਨੇ ਆਪਣਾ ਕੁਛ ਨਾ ਕੁਛ ਇਲੈਕਟ੍ਰੀਕਲ ਦਾ ਡਿਪਲੋਮਾ ਕੀਤਾ ਹੋਇਆ ਸੀ ਜਾਂ ਕੁਛ ਕੀਤਾ ਹੋਇਆ ਸੀ, ਹੈ ਨਾ? ਤੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਅਸੀਂ ਅਸੈਸ ਕਰਕੇ ਉਸ ਫੀਲਡ 'ਚ ਵੀ ਜਾ ਸਕਦੇ ਹਾਂ। ਸੋ ਡਿਪੈਂਡਿੰਗ ਅਪਨ ਤੁਹਾਡੀ ਕੀ ਕੁਆਲੀਫਿਕੇਸ਼ਨਸ ਰਹੀਆਂ, ਤੁਹਾਡਾ ਕੀ ਵਰਕ ਐਕਸਪੀਰੀਅੰਸ ਰਿਹਾ ਤੇ ਉਹਦੇ ਅਕੋਰਡਿੰਗ ਤੁਸੀਂ ਡਿਸਾਈਡਡ ਹੋ, ਹੈ ਨਾ? ਤੇ ਤੁਸੀਂ ਡੈਫੀਨੇਟਲੀ ਵਰਕ ਵਾਲਾ ਪਾਥ ਡਿਸਾਈਡ ਕਰ ਸਕਦੇ ਹੋ। ਬਟ ਸੋ ਫਾਰ ਤੁਹਾਡਾ ਕੋਈ ਬੈਕ ਐਕਸਪੀਰੀਅੰਸ ਇੰਨਾ ਸਟਰੋਂਗ ਨਹੀਂ ਹੈਗਾ, ਕੋਈ ਇਹੋ ਜਿਹੀ ਕੁਆਲੀਫਿਕੇਸ਼ਨ ਨਹੀਂ ਹੈ ਤੇ ਤੁਹਾਨੂੰ ਕੋਈ ਦਿਖ ਨਹੀਂ ਰਹੀ ਜੌਬ, ਡੈਫੀਨੇਟਲੀ ਇਟਸ ਬੈਟਰ ਕਿ ਤੁਸੀਂ ਆਪਣਾ ਕੈਰੀਅਰ ਸਵਿਚ ਕਰੋ। ਬਿਕੋਜ਼ ਲੱਕੀ ਇਹ ਹੈ ਕਿ ਹੁਣੇ ਕਰੰਟਲੀ ਜਿਵੇਂ ਪ੍ਰੀਤੀ ਜੀ ਨੇ ਕਿਹਾ ਕਿ ਇਮੀਗ੍ਰੇਸ਼ਨ ਵਰਕ ਵੀਜ਼ਿਆਂ ਨੂੰ ਸਪੋਰਟ ਕਰ ਮਤਲਬ ਥੋੜੀ ਲੀਨੀਅੰਟ ਹੋਈ ਹੈ, ਜੇ ਮੈਂ ਇਦਾਂ ਕਹਾਂ ਉਦਾਂ ਹੀ ਉਹ ਸਟੂਡੈਂਟ ਵੀਜ਼ਿਆਂ ਵਾਸਤੇ ਵੀ ਥੋੜੇ ਲੀਨੀਅੰਟ ਨੇ। ਸੋ ਬੇਸਿਕਲੀ ਕੈਰੀਅਰ ਚੇਂਜ ਦੇ ਵਿੱਚ ਅੱਜਕੱਲ ਇੰਨੇ ਇਸ਼ੂਜ਼ ਨਹੀਂ ਆ ਰਹੇ। ਜੀ ਬਿਲਕੁਲ। ਸੋ ਮੈਂ ਨਾਲ ਦੇ ਨਾਲ ਮਾਫੀ ਚਾਹੁੰਦਾ ਕਿ ਸਾਨੂੰ ਕਾਲਸ ਜ਼ਰੂਰ ਆ ਰਹੀਆਂ ਸੀ ਕਿ ਐਕਚੁਅਲੀ ਗੱਲ ਚੱਲ ਰਹੀ ਸੀ ਤਾਂ ਉਹਦੇ ਕਰਕੇ ਮੈਂ ਕਾਲ ਨਹੀਂ ਪਿਕ ਅਪ ਆਇਆ। ਸੋ ਹੁਣ ਤੋਂ ਜੇਕਰ ਤੁਹਾਡਾ ਵੀ ਕੋਈ ਸੁਝਾਅ, ਸੋ ਕਾਫੀ ਸਾਰੇ ਮੇਰੇ ਕੋਲ ਮੈਸੇजेस ਦੇ ਜ਼ਰੀਏ ਸੁਨੇਹੇ ਆਏ ਨੇ, ਸੋ ਤੁਸੀਂ ਵੀ ਜ਼ਰੂਰ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਵੀ ਜੁੜ ਸਕਦੇ ਹੋ। ਫੋਨ ਨੰਬਰ 092799227, ਪੰਜਾਬੀ ਦੇ ਵਿੱਚ 0927992 ਦੇ ਕਾਲ ਕਰਕੇ ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸੋ ਪ੍ਰੀਤੀ ਜੇ ਗੱਲ ਕਰੀਏ ਕਾਫੀ ਜ਼ਿਆਦਾ ਜ਼ਿਕਰ ਚੱਲਦਾ ਹੈ, ਮੈਂ ਪਹਿਲੋਂ ਵੀ ਪ੍ਰੋਗਰਾਮ ਦੇ ਵਿੱਚ ਗੱਲ ਕਰੀ, ਸਾਡਾ ਪੰਜਾਬੀਆਂ ਦਾ 9 ਮਾਸ ਦਾ ਰਿਸ਼ਤਾ ਆ ਵੀਜ਼ੇ ਦੇ ਨਾਲ, ਹਨਾ? ਮੈਂ ਮਤਲਬ ਥੋੜਾ ਸ਼ਬਦ ਜੀ ਬਿਲਕੁਲ, ਹਨਾ? ਸੋ ਇੱਕ ਫੋਨ ਕਾਲ ਆ ਗਿਆ, ਗੱਲਬਾਤ ਆਪਾਂ ਜ਼ਰੂਰ ਜਾਰੀ ਰੱਖਾਂਗੇ। ਸੋ ਆਪਣੇ ਲਿਸਨਰ ਜੁੜਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਰਾਜ ਰੰਧਾਵਾ ਬੋਲ ਰਿਹਾ ਜੀ ਹਮਿਲਟਨ ਤੋਂ। ਜੀ ਰੰਧਾਵਾ ਜੀ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਨਵਰਾਜ ਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਸਾਡੇ ਕੋਲ ਕੁਇਕ ਵੀ ਇਮੀਗ੍ਰੇਸ਼ਨ ਟੀਮ ਆਈ ਆ, ਤੁਸੀਂ ਵੀ ਜੇਕਰ ਜੀ ਬਿਲਕੁਲ। ਮੈਂ ਪੁੱਛਣਾ ਚਾਹੁੰਦਾ ਹਾਂ ਜੀ, ਮੇਰਾ ਵੀਜ਼ਾ ਐਕਚੁਅਲੀ ਐਕਸਪਾਇਰ ਹੋਇਆ ਹੈ 2022 ਦੇ ਵਿੱਚ ਜੁਲਾਈ 'ਚ ਜੀ, ਤੇ ਮੇਰੀ ਸਿਹਤ ਕਾਫੀ ਇੱਥੇ ਥੋੜੀ ਡਾਵਾਂਡੋਲ ਚੱਲ ਰਹੀ ਹੈ ਰੀਸੈਂਟਲੀ ਜੀ। ਅਗਰ ਮੈਂ ਇੰਡੀਆ ਜਾਂਦਾ ਆ ਤੇ ਕੀ ਮੈਂ ਵਾਪਸ ਆ ਪਾਉਂਗਾ? ਅੱਗੇ ਬਾਰਡਰ ਕਦੋਂ ਖੁੱਲਣਗੇ ਜਾਂ ਕੀ ਅੱਗੇ ਫਿਊਚਰ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਨਵਰਾਜ ਜੀ। ਤੁਹਾਡਾ ਵੀਜ਼ਾ ਜੁਲਾਈ 2022 ਨੂੰ ਐਕਸਪਾਇਰ ਹੋ ਰਿਹਾ, ਰਾਈਟ? ਹਾਂਜੀ ਹਾਂਜੀ। ਦੇਖੋ, ਜੋ ਇਸ ਟਾਈਮ ਦੀ ਕਰੰਟ ਸਿਚੁਏਸ਼ਨ ਹੈ, ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਮਾਈਗ੍ਰੈਂਟਸ ਹਜ਼ਾਰਾਂ ਦੇ ਵਿੱਚ ਉੱਥੇ ਸਟਕ ਨੇ ਤੇ ਆਈ ਅੰਡਰਸਟੈਂਡ ਕਿ ਕੋਈ ਇਸ ਤਰ੍ਹਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਕਿ ਤੁਹਾਨੂੰ ਜਾਣਾ ਪੈਣਾ ਹੈ, ਪਰ ਇਸ ਟਾਈਮ ਤੇ ਰਿਕਮੈਂਡਡ ਨਹੀਂ ਹੈ ਕਿ ਤੁਸੀਂ ਉੱਥੇ ਜਾਓ, ਕਿਉਂਕਿ ਵਾਪਸ ਆਉਣ ਵਾਸਤੇ ਤੁਹਾਨੂੰ ਟਰੈਵਲ ਐਕਸਪ੍ਰੈਸ਼ਨ ਆਫ ਇੰਟਰਸਟ ਅਪਲਾਈ ਕਰਨਾ ਪਏਗਾ, ਜਿਹਦੇ ਵਿੱਚ ਅਪਰੂਵਲ ਰੇਟ ਸਿਰਫ 10 ਤੋਂ 15% ਹੈ। ਤੇ ਅਨਲੈਸ ਕੋਈ ਬਹੁਤ ਇਦਾਂ ਦੀ ਮਜਬੂਰੀ ਨਹੀਂ ਹੈ ਤੇ ਫਿਰ ਤੁਸੀਂ ਇਸ ਟਾਈਮ ਤੇ ਤੁਹਾਨੂੰ ਨਹੀਂ ਜਾਣਾ ਚਾਹੀਦਾ। ਓਕੇ ਓਕੇ। ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਨਵਰਾਜ ਜੀ? ਨਹੀਂ ਜੀ, ਇਹੀ ਪੁੱਛਣਾ ਸੀਗਾ। ਮੇਰੇ ਵੀ ਕਾਫੀ ਫਰੈਂਡਸ ਫਸੇ ਹੋਏ ਨੇ ਇੰਡੀਆ। ਹਾਂਜੀ ਹਾਂਜੀ। ਆਸ ਲਾ ਕੇ ਬੈਠੇ ਆ ਕਿ ਜਲਦੀ ਖੁੱਲਣ ਬਾਰਡਰ, ਵਾਪਸ ਆਉਣ ਜੀ ਬਿਲਕੁਲ। ਹਾਂਜੀ, ਉਹਨਾਂ ਦੇ ਘਰ ਇੱਥੇ ਰੈਂਟ ਤੇ ਆ, ਰੈਂਟ ਇੰਡੀਆ ਤੋਂ ਪੇ ਕਰ ਰਹੇ ਆ ਜੀ ਜੀ ਬਿਲਕੁਲ। ਸਮਾਨ ਪਿਆ ਹੋਇਆ, ਕਈ ਕੁਝ ਬਹੁਤ ਸਾਰੀਆਂ ਹਰਡਲਸ ਫੇਸ ਕੀਤੀਆਂ ਕੋਵਿਡ ਕਰਕੇ। ਸ਼ੁਕਰੀਆ ਰੰਧਾਵਾ ਜੀ ਕਾਲ ਕਰਨ ਦੇ ਲਈ, ਥੈਂਕ ਯੂ ਜੀ। ਸੋ ਕਾਫੀ ਸਾਰੇ ਹੋਰ ਜਿਹੜੇ ਲਿਸਨਰਸ ਕਾਲ ਵਿੱਚ ਆ ਰਹੀ ਸੀ, ਸੋ ਜ਼ਰੂਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਆ। ਸੋ ਜੇ ਗੱਲ ਕਰੀਏ ਕੋਵਿਡ ਕਰਕੇ ਇੱਕਦਮ ਜਿਹੜੇ ਬਾਰਡਰ ਕਲੋਜ਼ ਕਰ ਦਿੱਤੇ ਗਏ, ਜੋ ਇੱਧਰ ਪੰਜਾਬੀ ਨਿਊਜ਼ੀਲੈਂਡ ਆਏ ਹੋਏ ਸੀ ਵਿਜ਼ਟਰ ਵੀਜ਼ੇ ਦੀ ਗੱਲ ਕਰੀਏ, ਉਹ ਇੱਥੇ ਰਹਿ ਗਏ। ਜਿਹੜੇ ਚਾਹੇ ਸਟੂਡੈਂਟ ਦੇ ਹੋ ਗਏ, ਚਾਹੇ ਵਰਕ ਵਾਲੇ ਹੋ ਗਏ, ਜਾਂ ਸਿਟੀਜ਼ਨਸ ਜੋ ਪੰਜਾਬ ਗਏ ਹੋਏ ਸੀ, ਉਹ ਉੱਥੇ ਰਹਿ ਗਏ। ਸੋ ਕਈ ਇੱਕ ਜ਼ਿਕਰ ਆਉਂਦਾ ਹੈ ਕਿ ਪੇਰੈਂਟਸ ਕਾਫੀ ਇੱਥੇ ਫਸ ਗਏ ਆ, ਮਤਲਬ ਇੱਥੇ ਰਹਿ ਗਿਆ ਕਿ ਉਹ ਜੋ ਇੱਥੇ ਕਿਉਂ ਆਪਣੇ ਬੱਚਿਆਂ ਨੂੰ ਮਿਲਣ ਦਾ ਸਾਰੇ ਮਾਪਿਆਂ ਦਾ ਸੁਪਨਾ ਹੁੰਦਾ। ਸੋ ਜਿਹੜੇ ਬੱਚਿਆਂ ਨੂੰ ਮਿਲਣ ਆਏ ਹੋਏ ਸੀ ਉਹ ਇੱਥੇ ਸਟਕ ਹੋ ਗਿਆ। ਕਿਉਂ? ਤੁਹਾਨੂੰ ਪਤਾ ਕਿ ਭਾਵੇਂ ਇੱਥੇ ਰਹਿਣਾ ਬਹੁਤ ਜ਼ਿਆਦਾ ਐਕਸਪੈਂਸਿਵ ਵੀ ਆ, ਸਮਾਂ ਪੰਜਾਬ ਵੀ ਦੇਖਣਾ ਹੁੰਦਾ, ਕਈ ਪਰਿਵਾਰ ਦੇ ਵਿੱਚ ਪੂਰੇ ਜੀ ਹੁੰਦੇ ਆ। ਸੋ ਉਹਨਾਂ ਦੇ ਲਈ ਜਿਹੜੇ ਪੇਰੈਂਟਸ ਇੱਥੇ ਸਟਕ ਹੋਇਆ, ਉਹਨਾਂ ਦੇ ਲਈ ਕੀ ਆਪਸ਼ਨਸ ਹੈਗੀਆਂ ਨੇ, ਉਹ ਜ਼ਰੂਰ ਤੁਸੀਂ ਦੱਸਿਓ ਜੀ। ਦੇਖੋ ਗਗਨ, ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਆਟੋਮੈਟਿਕ ਵੀਜ਼ਾ ਐਕਸਟੈਂਸ਼ਨ ਮਿਲੇ ਸੀ, ਜਿਨ੍ਹਾਂ ਦੇ ਵੀਜ਼ਾ ਇਜ਼ ਐਕਸਪਾਇਰ ਹੋ ਰਹੇ ਮੋਸਟਲੀ ਫੈਬਰੂਰੀ ਜਾਂ ਮਾਰਚ ਦੇ ਵਿੱਚ, ਤੇ ਉਹਨਾਂ ਦੇ ਉੱਤੇ ਐਸ ਸੱਚ ਹੁਣ ਕੋਈ ਰੈਸਟ੍ਰਿਕਸ਼ਨ ਨਹੀਂ ਹੈ। ਅਗਰ ਉਹਨਾਂ ਨੂੰ ਫਲਾਈਟਸ ਮਿਲ ਜਾਂਦੀਆਂ ਤੇ ਉਹ ਵਾਪਸ ਆਪਣੇ ਕੰਟਰੀ 'ਚ ਟਰੈਵਲ ਕਰ ਸਕਦੇ ਆ। ਸਾਡੇ ਕੋਲ ਇਨਫੈਕਟ ਬਹੁਤ ਸਾਰੀਆਂ ਕੁਐਰੀਜ਼ ਇਹੋ ਜਿਹੇ ਪੇਰੈਂਟਸ ਤੋਂ ਨੇ ਜਿਹੜੇ ਇੱਥੇ ਆਏ ਸੀ, ਇੱਥੇ ਰਹਿ ਰਹੇ ਪਿਛਲੇ 1 ਸਾਲ ਤੋਂ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਬਿਕੋਜ਼ ਆਪਣੇ ਬੱਚਿਆਂ ਦੇ ਨਾਲ ਹੋਰ ਟਾਈਮ ਸਪੈਂਡ ਕਰਕੇ ਇੱਥੇ ਰਹਿਣਾ ਚਾਹੁੰਦੇ ਆ, ਤੇ ਉਹਨਾਂ
ਉਹਨਾਂ ਦੇ ਵਾਸਤੇ ਸਾਡੇ ਕੋਲੋਂ ਕੁਝ ਆਪਸ਼ਨਸ ਨੇ ਜਿਹੜੀਆਂ ਅਸੀਂ ਡਿਸਕਸ ਕਰ ਸਕਦੇ ਹਾਂ। ਜੇ ਕਿਸੇ ਨੇ ਆਪਣਾ ਵੀਜ਼ਾ ਐਕਸਟੈਂਡ ਕਰਾਉਣਾ ਹੈ ਪੇਰੈਂਟਸ ਰਾਈਟ, ਉਹ ਸਾਨੂੰ ਕੰਟੈਕਟ ਕਰ ਸਕਦੇ ਤੇ ਅਸੀਂ ਉਹਨਾਂ ਨਾਲ ਕੇਸ ਟੂ ਕੇਸ ਡਿਸਕਸ ਕਰ ਸਕਦੇ ਹਾਂ ਕਿ ਉਹ ਕਿਸ ਕੈਟੇਗਰੀ ਦੇ ਵਿੱਚ ਆਪਣਾ ਵੀਜ਼ਾ ਐਕਸਟੈਂਡ ਕਰ ਸਕਦੇ। ਵਾਹ ਜੀ ਵਾਹ, ਬਹੁਤ ਵਧੀਆ। ਸੋ ਇੱਕ ਫੋਨ ਕਾਲ ਆ ਗਿਆ, ਇਸ ਮੈਟਰ ਤੇ ਆਪਾਂ ਜ਼ਰੂਰ ਡਿਸਕਸ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਰੇਡੀਓ ਸਪਾਈਸ ਤੇ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਮੰਗਤ ਜੀ, ਮੈਂ ਜਗਜੀਤ ਬੋਲਦਾ ਹਾਂ। ਜਗਜੀਤ ਜੀ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਮਹਿਫਲ ਵਿੱਚ ਜੀ। ਤੁਸੀਂ ਕੀ ਸਵਾਲ ਪੁੱਛਣਾ ਚਾਹੁੰਦੇ ਹੋ? ਜ਼ਰੂਰ ਸਾਡੇ ਕੋਲ ਕੋਈ ਇਮੀਗ੍ਰੇਸ਼ਨ ਤੋਂ ਟੀਮ ਪਹੁੰਚੀ ਹੈ, ਸੋ ਤੁਸੀਂ ਵੀ ਉਹਨਾਂ ਅੱਗੇ ਆਪਣਾ ਸਵਾਲ ਰੱਖ ਸਕਦੇ ਹੋ ਜੀ। ਠੀਕ ਹੈ ਜੀ। ਐਕਚੁਅਲੀ ਜੀ ਮੇਰੇ ਪਾਰਟਨਰ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਸਤੰਬਰ 22 ਜੀ 2022 ਜੀ, ਤੇ ਉਹ ਹੈ ਜੇ ਤੁਸੀਂ ਘਰ ਕੰਮ ਕਰਦੇ ਨੇ ਜੀ, ਤੇ ਪੋਸੀਬਿਲਿਟੀ ਹੈਗੀ ਹੈ ਜੇਕਰ ਆਪਾਂ ਰੂਟ ਚੇਂਜ ਹੋਣ ਤੋਂ ਪਹਿਲਾਂ ਆਪਾਂ ਅਦਰ ਵੀਜ਼ੇ ਲਈ ਅਪਲਾਈ ਕਰ ਸਕਦੇ ਜੀ। ਹਾਂਜੀ ਜਗਜੀਤ ਜੀ, ਅਗਰ ਉਹਨਾਂ ਦੇ ਕੋਲੋਂ ਬਿਊਟੀ ਥੈਰੇਪਿਸਟ ਦੀ ਫੁੱਲ ਟਾਈਮ ਏਮਪਲੋਇਮੈਂਟ ਹੈ ਔਰ ਅਗਰ ਉਹਨਾਂ ਦੇ EMPLOYER ਸਪੋਰਟ ਕਰਨ ਨੂੰ ਰੈਡੀ ਹੈ ਤੇ ਉਹਨਾਂ ਨੂੰ ਜ਼ਰੂਰ ਇੱਕ ਵੀਜ਼ਾ ਆਪਣਾ ਮਈ ਜੂਨ ਚੇਂਜਸ ਤੋਂ ਪਹਿਲਾਂ ਇੱਕ ਵਾਰ ਅਪਲਾਈ ਕਰ ਦੇਣਾ ਚਾਹੀਦਾ ਹੈ, ਤਾਂ ਕਿ ਤੁਹਾਡੇ ਕੋਲ 3 ਸਾਲ ਦਾ ਟਾਈਮ ਹੋਏਗਾ ਤੇ ਪੀਸ ਆਫ ਮਾਈਂਡ ਹੋਏਗਾ ਬਾਅਦ ਵਿੱਚ ਰੈਜ਼ੀਡੈਂਸ ਅਪਲਾਈ ਕਰਨ ਵਾਸਤੇ। ਤੇ ਜ਼ਰੂਰ ਤੁਸੀਂ ਇੱਕ ਵਾਰ ਸਾਨੂੰ ਕੰਟੈਕਟ ਕਰ ਸਕਦੇ ਹੋ ਜ਼ਿਆਦਾ ਡਿਟੇਲਸ ਵਾਸਤੇ। ਪਰ ਜੇ ਉਹਨਾਂ ਦਾ EMPLOYER ਸਪੋਰਟ ਕਰ ਰਿਹਾ ਹੈ ਤੇ ਡੈਫੀਨਿਟਲੀ ਉਹਨਾਂ ਨੂੰ 3 ਸਾਲ ਦਾ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ, ਜੇ ਉਹਨਾਂ ਕੋਲ $25.50 ਪੇ ਰੇਟ ਹੈ ਤੇ। ਠੀਕ। ਤੇ ਨਹੀਂ ਮੈਂ ਪੁੱਛਣਾ ਚਾਹੁੰਦਾ ਕਿ ਮੇਰਾ ਵੀਜ਼ਾ ਐਕਸਪਾਇਰ 22 ਹੋ ਰਿਹਾ, ਕੋਈ ਇਹਦਾ ਇਸ਼ੂ ਨਹੀਂ ਜੇਕਰ ਆਪਾਂ ਇੱਕ ਡੇਟ ਤੇ ਉਹੀ ਤਕਰੀਬਨ 14 ਜਾਂ 16 ਮਹੀਨੇ ਪਹਿਲਾਂ ਵੀਜ਼ਾ ਪਾ ਕੇ ਆਪਾਂ ਇਹਦੇ ਰੂਟ ਚੇਂਜ ਹੋਣ ਸਕਦਾ? ਨਹੀਂ, ਇਮੀਗ੍ਰੇਸ਼ਨ ਵੱਲੋਂ ਇਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਤੁਸੀਂ 12 ਮਹੀਨੇ ਪਹਿਲਾਂ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਠੀਕ। ਓਕੇ, ਥੈਂਕ ਯੂ ਜੀ ਸ਼ੁਕਰੀਆ ਜੀ। ਜੀ ਮੈਂ ਬਹੁਤ ਨਾਲ ਹੋਰ ਸਾਰੇ ਜਿਹੜੇ ਸਾਡੇ ਕੋਲ ਫੇਸਬੁੱਕ ਤੇ ਮੈਸੇਜ ਆਏ ਨੇ ਉਹ ਵੀ ਜ਼ਰੂਰ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਲੇਕਿਨ ਇਹ ਬਹੁਤ ਵਧੀਆ ਮੈਨੂੰ ਲੱਗਦਾ ਨਵੀਂ ਮੈਂ ਗੱਲ ਸੁਣੀ ਕਿ ਇਹ ਜ਼ਰੂਰ ਇਹਦੇ ਬਾਰੇ ਸਾਨੂੰ ਡਿਟੇਲ 'ਚ ਜਾਣਕਾਰੀ ਦਿਓ ਕਿ ਪੇਰੈਂਟਸ ਬਾਰੇ ਜਿਹੜੀ ਗੱਲ ਤੁਸੀਂ ਕੀਤੀ ਆ। ਸੋ ਇਹ ਬਹੁਤ ਵਧੀਆ ਗੱਲ ਹੈ ਕਿ ਜਦੋਂ ਮਾਪੇ ਸਾਡੇ ਪੰਜਾਬੋਂ ਇੱਥੇ ਆਉਂਦੇ ਆ ਉਹਨਾਂ ਦਾ ਵੀ ਦਿਲ ਕਰਦਾ ਕਿ ਆਪਣੇ ਬੱਚਿਆਂ ਦੇ ਕੋਲ ਰਹਿਣ। ਸੋ ਉਹ ਬਹੁਤ ਵਧੀਆ ਤੁਸੀਂ ਚੀਜ਼ ਲੈ ਕੇ ਆਏ ਹੋ। ਸੋ ਮੈਂ ਬਹੁਤ ਵਧੀਆ ਜਿਹੜੇ ਜਿਨ੍ਹਾਂ ਦੇ ਮਾਪੇ ਇੱਥੇ ਆਏ ਹੋਏ ਨੇ, ਸੋ ਉਹ ਵੀ ਵੀਜ਼ਾ ਨੂੰ ਐਕਸਟੈਂਡ ਕਰਾਉਣਾ ਚਾਹੁੰਦੇ ਆ, ਸੋ ਜ਼ਰੂਰ ਉਹ ਕਿਵੀ ਦੀ ਇਮੀਗ੍ਰੇਸ਼ਨ ਟੀਮ ਦੀ ਨੂੰ ਕੰਟੈਕਟ ਕਰ ਸਕਦਾ ਤੇ ਜੋ ਅੱਗੇ ਫਰਦਰ ਵੀਜ਼ਾ ਕਿੱਦਾਂ ਐਕਸਟੈਂਡ ਕਰਾਉਣੇ ਆ, ਸੋ ਇਹਨਾਂ ਨੂੰ ਕੰਟੈਕਟ ਕਰ ਸਕਦਾ ਜੀ। ਸੋ ਇੱਕ ਹੋਰ ਸਾਡੇ ਕੋਲ ਫੋਨ ਕਾਲ ਆ ਰਹੀ ਹੈ ਜੀ, ਅਸੀਂ ਉਹ ਵੀ ਕਾਲ ਅਟੈਂਡ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹੈਲੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਵੀਰੇ ਮੈਂ ਲਾਲੀ ਬੋਲਦਾ ਸੀਗਾ ਜੀ। ਲਾਲੀ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕਿੱਥੋਂ ਗੱਲ ਕਰ ਰਹੇ ਹੋ ਲਾਲੀ ਜੀ ਤੁਸੀਂ? ਵੀਰੇ ਮੈਂ ਟਾਕਾਲੀਨ ਤੋਂ ਬੋਲ ਰਿਹਾ ਸੀਗਾ। ਜੀ ਤੁਸੀਂ ਕੀ ਸਵਾਲ ਕਰਨਾ ਚਾਹੁੰਦੇ ਹੋ? ਸਾਡੇ ਕੋਲ ਕੁਇਕ ਵੀ ਇਮੀਗ੍ਰੇਸ਼ਨ ਦੀ ਟੀਮ ਪਹੁੰਚੀ ਹੋਈ ਆ, ਤੁਸੀਂ ਵੀ ਆਪਣਾ ਸਵਾਲ ਸਾਡੇ ਕੋਲ ਰੱਖ ਸਕਦੇ ਹੋ ਜੀ। ਵੀਰੇ ਮੈਂ ਇਦਾਂ ਹੀ ਪੁੱਛਣਾ ਜੀ, ਜਿੱਦਾਂ ਨਾ ਮੇਰੇ ਨਾਲ ਜਿਹੜਾ ਮੇਰਾ ਭਰਾ ਰਹਿ ਰਿਹਾ ਜੀ, ਹਨਾ, ਉਹਦੀ ਜਿੱਦਾਂ ਵਾਈਫ ਪ੍ਰੈਗਨੈਂਟ ਹੈਗੀ ਜੀ, ਤੇ ਨਾ ਉਹਦੇ ਲਈ ਨਾ ਉਹ ਆਪਣੇ ਮਮ ਤੇ ਡੈਡ ਨੂੰ ਇੱਥੇ ਸੱਦਾ ਦੇ ਐਨੀ ਚਾਂਸ ਕੋਈ ਹੈਗਾ ਜਿਹਦੇ ਲਈ ਉਹ ਸੱਦ ਸਕਦੇ ਹੋ? ਜੀ ਦੇਖੋ ਲਾਲੀ ਜੀ, ਇਦਾਂ ਹੈ ਕਿ ਜਿਹੜਾ ਵਿਜ਼ਿਟਰਸ ਵੀਜ਼ਾ ਐਪਲੀਕੇਸ਼ਨ ਫॉर ਆਫਸ਼ੋਰ ਐਪਲੀਕੈਂਟਸ, ਉਹ ਹਜੇ ਇਮੀਗ੍ਰੇਸ਼ਨ ਨਵੀਆਂ ਐਪਲੀਕੇਸ਼ਨਸ ਐਕਸੈਪਟ ਨਹੀਂ ਕਰ ਰਹੀ। ਤੇ ਟਰੈਵਲ ਐਕਸੈਪਸ਼ਨ ਜਿਹੜੀ ਹੈ ਉਹ ਤੁਸੀਂ ਅਪਲਾਈ ਕਰ ਸਕਦੇ ਹੋ, ਬਟ ਉਹਦੇ ਵਾਸਤੇ ਹਿਊਮੈਨਿਟੇਰੀਅਨ ਸਰਕਮਸਟੈਂਸਸ ਸਟਰੋਂਗ ਹੋਣੇ ਚਾਹੀਦੇ ਆ। ਤੇ ਜਿੰਨੀ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ, ਇਦਾਂ ਨਹੀਂ ਲੱਗਦਾ ਕਿ ਉਹ ਇਮੀਗ੍ਰੇਸ਼ਨ ਦੀ ਜਿਹੜੀ ਹਿਊਮੈਨਿਟੇਰੀਅਨ ਸਰਕਮਸਟੈਂਸਸ ਦਾ ਥ੍ਰੈਸ਼ਹੋਲਡ ਹੈ, ਇਹ ਚੀਜ਼ ਉਹਨੂੰ ਮੀਟ ਕਰ ਪਾਏਗੀ ਤੇ ਉਹ ਟਰੈਵਲ ਐਕਸੈਪਸ਼ਨ ਤੁਹਾਨੂੰ ਅਲਾਉ ਕਰਨਗੇ। ਪਰ ਦੈਟਸ ਦਾ ਓਨਲੀ ਆਪਸ਼ਨ ਜਿਹੜੀ ਤੁਸੀਂ ਟਰਾਈ ਕਰ ਸਕਦੇ ਹੋ। ਓਕੇ, ਚਲੋ ਜੀ ਸ਼ੁਕਰੀਆ ਲਾਲੀ ਜੀ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ। ਥੈਂਕ ਯੂ ਜੀ। ਜੀ ਤੇ ਗੱਲ ਕਰੀ ਇੱਕ ਫੇਸਬੁੱਕ ਤੇ ਮੈਸੇਜ ਸ਼ੋ ਕਰ ਰਿਹਾ, ਪ੍ਰੀਤੀ ਖਸਰੀਆ ਜੀ ਕਹਿ ਰਹੇ ਨੇ, ਕਹਿੰਦੇ what is the option is there for one who has already finished masters in business in New Zealand? ਜੀ ਉਹਨਾਂ ਦੇ ਲਈ ਕੀ ਆਪਸ਼ਨਸ ਹੋ ਸਕਦੀਆਂ ਨੇ ਜਿਨ੍ਹਾਂ ਨੇ ਮਾਸਟਰਸ ਫਿਨਿਸ਼ ਕਰ ਲਈ ਆ ਨਿਊਜ਼ੀਲੈਂਡ ਦੇ ਵਿੱਚ ਤੇ ਬਿਜ਼ਨਸ ਕੈਟਾਗਰੀ ਦੇ ਵਿੱਚ ਕੀਤੀ ਆ? ਜੀ ਬੜਾ ਹੀ ਬ੍ਰੌਡ ਕੁਐਸਚਨ ਹੈਗਾ, ਕਿਉਂਕਿ previous experience ਜੀ qualifications ਥੋੜਾ ਹੋਰ ਅੰਡਰਸਟੈਂਡਿੰਗ ਲੈਣੀ ਪਏਗੀ ਜੀ। ਜਿਵੇਂ ਮੈਂ ਸਟਾਰਟ ਕੀਤਾ ਮਾਸਟਰ ਆਫ अर्ਲੀ ਚਾਈਲਡ ਐਜੂਕੇਸ਼ਨ ਕੈਨ ਬੀ ਐਨ ਆਪਸ਼ਨ ਜੀ। ਅਗਰ ਉਹਨਾਂ ਕੋਲ ਕੋਈ ਪ੍ਰੀਵੀਅਸ ਐਕਸਪੀਰੀਅੰਸ ਹੈਗਾ ਜਾਂ ਰੁਝਾਓ ਹੈਗਾ ਜਾਂ ਫਿਰ ਉਹ ਆਇਲਸ ਕਰ ਸਕਦੇ ਨੇ, ਡਿਪੈਂਡਿੰਗ ਔਨ ਕਰਦਾ ਕਿ ਉਹਨਾਂ ਜੌਬ ਸਰਚ ਹੋਏਗਾ, ਉਹਨਾਂ ਕੋਲ ਫਿਨਿਸ਼ ਹੋ ਗਿਆ ਹੈ, ਇੱਥੇ ਜੌਬ ਕਰਦੇ ਪਏ ਨੇ, ਆਪਸ਼ਨਸ ਬਹੁਤ ਨੇ। ਮਾਸਟਰਸ ਫਿਰ ਤੋਂ ਕਰ ਸਕਦੇ ਨੇ, ਲੋਅਰ ਪ੍ਰੋਗਰਾਮ ਵੀ ਕਰ ਸਕਦੇ ਨੇ, ਬਟ ਕੇਸ ਟੂ ਕੇਸ ਸਿਨੈਰੀਓ ਅਸੈਸ ਕਰਨਾ ਪਏਗਾ ਜੀ। ਤੇ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ, ਵੀ ਥੋੜਾ ਡਿਸਕਸ਼ਨ। ਜੀ ਬਿਲਕੁਲ। ਸੋ
ਮੈਂ ਜਗਮੀਤ ਜੀ ਹੁਣਾਂ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਜ਼ਰੂਰ ਨਾਲ ਦੀ ਨਾਲ ਜਿੱਦਾਂ ਕੋਈ ਇਮੀਗ੍ਰੇਸ਼ਨ ਦਾ ਕੰਟੈਕਟ ਨੰਬਰ ਜ਼ਰੂਰ ਤੁਸੀਂ ਜ਼ਿਕਰ ਕਰ ਦਿਓ ਕਿ ਤੁਹਾਨੂੰ ਸਾਡੇ ਜੋ ਲਿਸਨਰਸ ਨੇ ਸਾਡੇ ਦਰਸ਼ਕ ਨੇ ਉਹ ਕਿੱਥੇ ਕੰਟੈਕਟ ਕਰ ਸਕਦੇ ਆ, ਐਡਰੈਸ ਵੀ ਜ਼ਰੂਰ ਤੁਸੀਂ ਮੈਂਸ਼ਨ ਕਰਦੇ ਚਲੋ ਜੀ। ਹਾਂਜੀ ਸ਼ੋਰ, ਤੇ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 0221200515 ਜੀ। ਰਿਪੀਟ ਦੈਟ 0221200515। ਮੈਂ ਸੌਰੀ ਜਗਮੀਤ ਜੀ, ਮੈਂ ਕਹਿੰਦਾ ਤੁਸੀਂ ਇੱਕ ਵਾਰ ਦੁਬਾਰਾ ਬੋਲ ਦਿਓ, ਮੈਂ ਕਮੈਂਟ ਦੇ ਵਿੱਚ ਟਾਈਪ ਕਰ ਦੇਣਾ ਜੀ। 022 ਜੀ 1200 ਜੀ 515 515 ਦੇ ਉੱਤੇ ਕੰਟੈਕਟ ਕਰ ਸਕਦੇ ਜੀ। ਹਾਂਜੀ ਜੀ। ਤੇ ਅਸੀਂ ਹੈਗੇ ਆ 84 ਹੈਰਿਸ ਰੋਡ ਈਸਟ ਧਮਾਕੀ ਦੇ ਵਿੱਚ ਜੀ। ਐਂਡ ਮੰਡੇ ਟੂ ਫਰਾਈਡੇ ਅਸੀਂ ਵਰਕ ਕਰਨੇ ਆ ਫਰੋਮ 9 till 6 o'clock। ਜੀ ਜ਼ਰੂਰ ਤੁਸੀਂ ਕਿਉਂਕਿ ਇਮੀਗ੍ਰੇਸ਼ਨਸ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਸੋ ਇੱਕ ਹੋਰ ਸਾਡੇ ਲਿਸਨਰ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਫੋਨ ਕਾਲ ਆ ਰਹੀ ਆ, ਸੋ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਬਣਾਉਂਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੌਣ ਤੇ ਕਿੱਥੋਂ ਗੱਲ ਕਰ ਰਹੇ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਜਸਪ੍ਰੀਤ ਬੋਲ ਰਿਹਾ ਅਮਰਤਨ ਤੋਂ। ਜੀ ਜਸਪ੍ਰੀਤ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਤੁਸੀਂ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਜੀ? ਅੱਛਾ ਵੀਰੇ, ਮੇਰਾ ਕਿਹੜਾ ਛੋਟਾ ਜਿਹਾ ਸਵਾਲ ਆ ਜੀ। ਮੇਰੇ ਨਾ ਐਕਚੁਅਲੀ ਕਾਫੀ ਰਿਲੇਟਿਵ ਲਾਈਕ ਕਾਫੀ ਆਪਣੇ ਖਾਸ ਹੀ ਬੰਦੇ, ਉਹਨਾਂ ਦਾ ਨਾ ਬੇਟਾ ਹੀ ਉਹ ਜੀ। ਬਹੁਤ ਵਧੀਆ ਸਟੂਡੈਂਟ ਹੈ, ਬਹੁਤ ਵਧੀਆ ਜੀ। ਉਹਨਾਂ ਨੇ ਮਤਲਬ ਅਪਲਾਈ ਕਰਨਾ ਸੀ ਨਿਊਜ਼ੀਲੈਂਡ ਦਾ ਸਟੂਡੈਂਟ ਵੀਜ਼ੇ ਵਾਸਤੇ ਜੀ। ਤੇ ਉਹ ਮੈਨੂੰ ਪੁੱਛਦੇ ਸੀ ਵੀ ਮੈਂ ਅਪਲਾਈ ਕਰਦਾ ਕਿ ਨਾ ਕਰਾਂ, ਕਿਉਂਕਿ ਉੱਥੇ ਉਹਨਾਂ ਨੇ WWIC ਵਾਲਿਆਂ ਨੂੰ ਪੁੱਛਿਆ ਸੀਗਾ। ਜੀ। ਉਹ ਕਹਿੰਦੇ ਤੁਸੀਂ ਫੀਸ ਭਰ ਦਿਓ, ਤੁਸੀਂ ਵੀਜ਼ਾ ਤੁਹਾਨੂੰ ਮਿਲ ਜੂਗਾ ਤੇ ਤੁਸੀਂ ਕਹਿੰਦੇ ਜਾ ਸਕਦੇ ਆ। ਜੀ। ਮੈਂ ਉਹਨਾਂ ਨੂੰ ਅਰੇਂਜਮੈਂਟ ਕੀਤਾ ਸੀ, ਮੈਂ ਕਿਹਾ ਵੀ ਬਾਰਡਰ ਬੰਦ ਆ ਤੇ ਇਸ ਕਰਕੇ ਜੇ ਤੁਸੀਂ ਅਪਲਾਈ ਨਾ ਕਰੋ, ਉਹਨਾਂ ਨੇ ਫੀਸ ਲੈ ਲੈਣੀ ਆ ਤੇ ਫੀਸ ਉਹਨਾਂ ਨੇ ਰਿਫੰਡ ਨਹੀਂ ਕਰਨੀ ਬਾਅਦ ਚੋਂ। ਜੀ ਸੋ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੰਜਾਬੀ ਵੇਟ ਕਰ ਰਹੇ ਨੇ ਕਿ ਨਿਊਜ਼ੀਲੈਂਡ ਕਰੋਨਾ ਫ੍ਰੀ ਆ ਤੇ ਨਿਊਜ਼ੀਲੈਂਡ ਦੇ ਇੱਕ ਇਮੇਜ ਬਣ ਚੁੱਕੀ ਆ ਕਿ ਹਰ ਕੋਈ ਇੱਥੇ ਆਉਣਾ ਚਾਹੁੰਦਾ। ਸੋ ਬਹੁਤ ਵਧੀਆ ਸਵਾਲ ਆਇਆ। ਸੋ ਤੁਸੀਂ ਕੀ ਰეკਮੈਂਡ ਕਰਦੇ ਆ ਕਿ ਜੀ ਜੀ। 95% ਨੰਬਰ ਹੀ ਆਉਂਦੇ ਰਹੇ ਆ ਲਾਈਕ ਸ਼ੁਰੂ ਤੋਂ ਲੈ ਕੇ ਉਹ ਜੀ। ਡੈਡ ਤੇ ਮੰਮੀ ਦੋਵੇਂ ਟੀਚਰ ਆਏ ਉਹਦੇ। ਜੀ ਜੀ, ਨਹੀਂ ਬਹੁਤ ਵਧੀਆ ਤੁਹਾਡਾ ਕੰਸਰਨ ਹੈ। ਸੋ ਬਿਲਕੁਲ ਅਸੀਂ ਕੁਇਕੀ ਵੀ ਇਮੀਗ੍ਰੇਸ਼ਨ ਦੀ ਟੀਮ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਹਲੇ ਰਾਈਟ ਟਾਈਮ ਹੈਗਾ ਕਿ ਇਹ ਆਫਸ਼ੋਰ ਤੋਂ ਅਪਲਾਈ ਕਰਨ ਦਾ? ਜੀ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ, ਤੁਸੀਂ ਬਿਲਕੁਲ ਠੀਕ ਕਿਹਾ ਕਿ ਅਸੀਂ ਅਗਰ 95% ਵਾਲਾ ਕੋਈ ਸਟੂਡੈਂਟ ਹੈ ਤੇ ਅਸੀਂ ਕੋਈ ਇਦਾਂ ਦੀ ਸਿਚੁਏਸ਼ਨ ਜੋ ਟਰੈਪ ਨਹੀਂ ਕਰਨਾ ਚਾਹੇਗਾ ਆਪਣੇ ਆਪ ਨੂੰ, ਤੇ ਤੁਸੀਂ ਫਿਲਹਾਲ ਮਈ ਜੂਨ ਤੱਕ ਇਮੀਗ੍ਰੇਸ਼ਨ ਨੇ ਕੋਈ ਵੀ ਨਵੀਆਂ ਐਪਲੀਕੇਸ਼ਨਸ ਆਫਸ਼ੋਰ ਤੋਂ ਲੈਣੀਆਂ ਬੰਦ ਕੀਤੀਆਂ ਹੋਈਆਂ। ਜੂਨ ਤੱਕ? ਮਈ ਤੱਕ। ਜੀ ਜੀ ਜੀ। ਰਾਈਟ। ਤੇ ਤੁਸੀਂ ਅਗਰ ਫੀ ਪੇ ਕਰਦੇ ਹੋ ਤੇ ਐਨੀਵੇਜ਼ ਤੁਹਾਨੂੰ ਉਦੋਂ ਤੱਕ ਅਪਲਾਈ ਕਰਨਾ ਪਏਗਾ, ਕਿਉਂਕਿ ਤੁਸੀਂ ਵੇਟ ਕਰਨਾ ਪਏਗਾ ਕਿਉਂਕਿ ਤੁਸੀਂ ਉਦੋਂ ਤੱਕ ਸਟੂਡੈਂਟ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਸੋ ਉਹਨਾਂ ਦੇ ਵਾਸਤੇ ਇਹ ਐਡਵਾਈਸ ਹੋਏਗੀ ਕਿ ਹਜੇ ਉਹ ਮਈ ਤੱਕ ਵੇਟ ਕਰਨ। ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਕਿੱਦਾਂ ਆਉਂਦੀਆਂ ਬਾਰਡਰਸ ਓਪਨ ਨੂੰ ਲੈ ਕੇ, ਸਟੂਡੈਂਟ ਵੀਜ਼ਾ ਦੀਆਂ ਐਪਲੀਕੇਸ਼ਨਸ ਨੂੰ ਐਕਸੈਪਟ ਕਰਨ ਨੂੰ ਲੈ ਕੇ, ਤੇ ਉਸ ਤੋਂ ਬਾਅਦ ਫਿਰ ਉਹ ਫੀ ਪੇ ਕਰਨ ਜਾਂ ਵੀਜ਼ਾ ਅਪਲਾਈ ਕਰਨ। ਜੀ। ਇਹ ਗੱਲ ਮੈਂ ਉਹਨਾਂ ਨੂੰ ਕਿਸੇ ਮੈਂ ਕਹਿੰਦੀ ਹਜੇ ਬਾਰਡਰ ਓਪਨ ਨਹੀਂ ਹਾਂਜੀ ਹੋਏ ਹਾਂਜੀ ਤੇ ਉਹ WWICS ਵਾਲੇ ਇਹਦੀਆਂ ਬੜੇ ਜਲੰਧਰ ਆ, ਪਤਾ ਨਹੀਂ ਕਿੱਥੇ ਆ, ਉਹਨਾਂ ਨੇ ਪੁੱਛਿਆ ਸੀ, ਉਹ ਕਹਿੰਦੇ ਨਹੀਂ ਵੀ ਬਾਰਡਰ ਸਟੂਡੈਂਟ ਨੂੰ ਖੋਲ ਦੇਣਗੇ, ਤੁਸੀਂ ਅਪਲਾਈ ਕਰ ਦਿਓ ਏਦਾਂ ਕਰਕੇ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਰਿਟਰਨ ਚਲਾਓ ਜੀ। ਜੋ ਕਹਿ ਰਹੇ ਵੀ ਹਾਂ ਓਪਨ ਕਰ ਦੇਣਗੇ। ਮੈਂ ਜਸਪ੍ਰੀਤ ਫਿਰ ਮੈਂ ਇੱਥੇ ਇੱਕ ਐਡਵਾਈਸ ਕਰਦਾ ਕਿ ਪੰਜਾਬ ਦੇ ਵਿੱਚ ਕਾਫੀ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜੋ ਅਸੀਂ ਸੁਣ ਕੇ ਮੰਨ ਲੈਂਦੇ ਆ। ਮੈਂ ਇਹੀ ਰეკਮੈਂਡ ਕਰਦਾ ਕਿ ਤੁਸੀਂ ਉਹਨਾਂ ਨੂੰ ਵੀ ਤੁਸੀਂ ਕੁਇਕੀ ਵੀ ਇਮੀਗ੍ਰੇਸ਼ਨਸ ਦਾ ਨੰਬਰ ਜ਼ਰੂਰ ਕੰਟੈਕਟ ਕਰ ਸਕਦੇ ਆ। ਉਹ WhatsApp ਦੇ ਉੱਤੇ ਵੀ ਜ਼ਰੀਏ ਇਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ, ਕਿਉਂ ਜੋ ਇੱਥੇ ਬੈਠੇ ਆ ਸਾਨੂੰ ਸਿਨੈਰੀਓ ਇੱਥੇ ਬੈਠਿਆਂ ਨੂੰ ਜ਼ਿਆਦਾ ਪਤਾ ਕਿ ਸਾਡੇ ਦੇਸ਼ ਦੇ ਵਿੱਚ ਇਸ ਟਾਈਮ ਚੱਲ ਕੀ ਰਿਹਾ। ਸੋ ਉੱਥੇ ਬੈਠੇ ਕਈ ਇਦਾਂ ਦੇ ਪ੍ਰੋਮਿਸਿਸ ਵੀ ਹੋ ਜਾਂਦੇ ਆ ਜੋ ਬਾਅਦ ਦੇ ਵਿੱਚ ਪੂਰੇ ਨਹੀਂ ਹੁੰਦੇ। ਜੀ ਸ਼ੁਕਰੀਆ ਜਸਪ੍ਰੀਤ ਜੀ। ਤੇ ਭਾਜੀ ਛੋਟੀ ਜੀ ਐਡ ਕਰਦੇ ਹੋਏ ਚੀਜ਼, ਜਦੋਂ ਤੁਸੀਂ ਆਫਸ਼ੋਰ ਹੁੰਦੇ ਹੋ। ਜੀ 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 ਜਸਪ੍ਰੀਤ ਵੀਰ, ਗੱਲ ਜਗਮੀਤ ਭਾਜੀ ਵੀ ਕੁਝ ਕਹਿਣਾ ਚਾਹੁੰਦੇ, ਸੁਣਿਓ ਜਰਾ ਜੀ। ਹਾਂਜੀ ਜਸਪ੍ਰੀਤ ਵੀਰ, ਛੋਟੀ ਜੀ ਚੀਜ਼ ਹੈਗੀ ਕਿ ਜਦੋਂ ਤੁਸੀਂ ਆਫਸ਼ੋਰ ਹੁੰਦੇ ਹੋ ਤੁਹਾਨੂੰ ਪਹਿਲੇ ਫੀਸ ਨਹੀਂ ਭਰਨੀ ਹੁੰਦੀ। ਜੀ। ਉਹ ਆਲਰੇਡੀ ਗਲਤ ਹੈ। ਹਾਂ, ਉਹ ਆਲਰੇਡੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਪਈ ਹੈ ਦੈਟਸ ਇਨਕਰੈਕਟ। ਤੇ ਪ੍ਰੋਸੈਸ ਹੁੰਦਾ ਕਿ ਤੁਸੀਂ ਐਡਮਿਸ਼ਨ ਲੈਂਦੇ ਹੋ, ਤੁਸੀਂ ਤੁਹਾਡਾ ਏਜੰਟ ਐਡਵਾਈਜ਼ਰ ਤੁਹਾਡਾ ਵੀਜ਼ਾ ਪਾਉਂਦਾ ਹੈ, ਅਪਰੂਵਲ ਪ੍ਰਿੰਸੀਪਲ ਮਿਲਦਾ ਹੈ, ਉਹਦੇ ਬਾਅਦ ਤੁਸੀਂ ਫੀਸ ਭਰਦੇ ਹੋ। ਜੀ ਬਿਲਕੁਲ। ਸੋ ਇਹ ਤਾਂ ਬਿਲਕੁਲ ਹੈ ਨਾ, ਮੈਨੂੰ ਲੱਗਦਾ ਮੈਂ ਵੀ ਹੁਣੇ ਯਾਦ ਆਇਆ ਕਿ ਫੀਸ ਤਾਂ ਅਸੀਂ ਬਾਅਦ ਦੇ ਵਿੱਚ ਪੇ ਕਰਦੇ ਹਾਂ ਜਦੋਂ ਸਾਨੂੰ ਇਮੀਗ੍ਰੇਸ਼ਨ ਅਪਰੂਵ ਕਰ ਦਿੰਦੀ ਹੈ, ਪ੍ਰਿੰਸੀਪਲ ਮਿਲ ਜਾਂਦੇ। ਜੀ ਬਿਲਕੁਲ। ਸੋ ਸ਼ੁਕਰੀਆ ਜਸਪ੍ਰੀਤ ਜੀ ਕਾਲ ਕਰਨ ਦੇ ਲਈ।
ਓਕੇ ਥੈਂਕ ਯੂ ਥੈਂਕ ਯੂ। ਸੋ ਨਾਲ ਦੀ ਨਾਲ ਹੋਰ ਵੀ ਕਾਫੀ ਸਾਰੇ ਮੈਨੂੰ ਲੱਗਦਾ ਸਵਾਲ ਸਾਡੇ ਕਲੀਅਰ ਹੋ ਰਹੇ ਨੇ। ਦੇਖੋ ਇਹ ਤਾਂ ਮੈਨੂੰ ਲੱਗਦਾ ਸਾਰੇ ਨਿਊਜ਼ੀਲੈਂਡ ਦੇ ਵੀਜ਼ਾ ਪ੍ਰੋਸੈਸ ਦੀ ਆ ਕਿ ਕੈਨੇਡਾ ਵਾਲਾ ਕੰਮ ਤਾਂ ਹੈ ਨਹੀਂ ਕਿ ਪਹਿਲਾਂ ਤੁਸੀਂ ਭੇਜਣੀ ਆ ਫੀਸ, ਹੈ ਨਾ ਜੀ। ਇਹ ਤਾਂ ਚਲੋ ਕਲੀਅਰ ਆ ਸਾਰਾ ਕਿ ਇਹ ਕਰਨਾ। ਸੋ ਹੋਰ ਕਾਫੀ ਸਾਰੇ ਸਾਡੇ ਕੋਲੇ ਫੇਸਬੁੱਕ ਤੇ ਵੀ ਮੈਸੇजेस ਆ ਰਹੇ ਨੇ, ਸੋ ਮੈਂ ਉਹਨਾਂ ਦਾ ਵੀ ਇੱਕ ਇੱਕ ਕਰਕੇ ਮੈਸੇਜ ਰੀਡ ਕਰਦਾ ਆ। ਸੋ ਕਹਿੰਦੇ ਵਾਟ ਇਜ਼ ਦ ਪ੍ਰੋਸੈਸ ਫॉर ਟਾਈਮ ਫॉर SMC ਅਪਲਾਈਡ 7 months ago ਜੀ। ਆਈ ਥਿੰਕ ਜਿਹੜੀ ਲਾਸਟ ਪ੍ਰੋਸੈਸਿੰਗ ਇਮੀਗ੍ਰੇਸ਼ਨ ਦੀ ਚੱਲ ਰਹੀ ਹੈ ਉਹ April 2019 ਦੀ ਫਾਈਲਸ ਤੱਕ ਇਮੀਗ੍ਰੇਸ਼ਨ ਪਹੁੰਚ ਗਈ ਹੈ। ਜੀ। ਜੋ 7 months ਕਹਿੰਦੇ ਆ ਆਈ ਬਿਲੀਵ ਸਮਵੇਅਰ ਅਰਾਊਂਡ ਇਹਨਾਂ ਦੀ ਮਈ ਜਾਂ ਜੂਨ ਚ ਹੀ ਹੋਈ ਹੋਣੀ ਹੈ ਜੀ ਜੀ। ਤੇ ਵੈਰੀ ਕਲੋਜ਼। ਆਈ ਹੋਪ ਇਹਨਾਂ ਦੀ ਐਪਲੀਕੇਸ਼ਨ ਆਉਣ ਵਾਲੇ 1-2 ਮਹੀਨੇ ਚ ਐਲੋਕੇਟ ਹੋਣੀ ਚਾਹੀਦੀ ਹੈ ਜੀ। ਇੱਕ ਹੋਰ ਸਾਡੇ ਲਿਸਨਰ ਸਾਡੇ ਨਾਲ ਜੁੜ ਰਹੇ ਨੇ, ਸੋ ਉਹਨਾਂ ਨੂੰ ਵੀ ਅਸੀਂ ਕੰਟੈਕਟ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਭਾਈ ਜੀ ਮੈਂ ਸਨੀ ਆਫਲਾਈਨ ਤੋਂ ਗੱਲ ਕਰ ਰਿਹਾ ਹਾਂ ਜੀ ਸਨੀ ਜੀ। ਜੀ ਭਾਈ ਮੈਂ ਪੁੱਛਣਾ ਕਿ ਜਿੱਦਾਂ ਮੇਰੇ ਕੋਲ WTR ਵੀਜ਼ਾ ਆਇਆ ਹੈ ਨਾ ਹੁਣ ਜੀ। ਤੇ ਨਵੰਬਰ ਦੇ ਵਿੱਚ ਮੈਂ ਆਪਣੀ WTR ਖੋਲ੍ਹੀ ਹੈ ਨਾ ਜੀ। ਤੇ ਜਿੱਦਾਂ ਹੁਣ ਜਿੱਦਾਂ ਵੀਜ਼ਾ 2.5 ਸਾਲ ਦਾ ਹੁੰਦਾ, 2 ਸਾਲ ਬਾਅਦ ਆਪਾਂ ਅਪਲਾਈ ਕਰ ਸਕਦੇ PR ਲਈ, ਹੈ ਨਾ ਜੀ। ਤੇ ਜਦੋਂ ਆਪਾਂ ਜਾਣੀ ਕਿ 2 ਸਾਲਾਂ ਬਾਅਦ ਅਪਲਾਈ ਕਰਨੀ ਆ ਜਿੱਦਾਂ ਨਵੰਬਰ ਦੇ ਵਿੱਚ, ਤੇ ਹੁਣ ਇਹਨਾਂ ਨੇ ਜਿਹੜੀ WTR ਵੀਜ਼ਾ ਇਹ ਜਾਣੀ ਕਿ ਅੱਗੇ ਨੂੰ ਪਹਿਲ ਦੇ ਆਧਾਰ ਤੇ ਦੇਖਿਆ ਜਾਂਦਾ ਸੀ, ਹੈ ਨਾ ਤੇ ਹੁਣ ਜੀ। ਜਿਹੜੀ 18 ਮਹੀਨੇ ਫਿਰ ਦੁਬਾਰਾ ਲੱਗੂਗੇ ਨਾ ਸਾਡੀ ਪ੍ਰੋਸੈਸਿੰਗ ਟਾਈਮ। ਹਾਂਜੀ। ਫਾਈਲ ਪ੍ਰੋਸੈਸਿੰਗ ਟਾਈਮ ਤੇ ਜਾਨੀ ਕਿ 18 ਮਹੀਨੇ ਦਾ ਸਾਨੂੰ ਇਹ ਹੋਰ ਵੀਜ਼ਾ ਦਊਗੇ ਤੇ ਕਿੱਦਾਂ ਕੀ ਹਿਸਾਬ ਤਾਂ ਕਰੂਗੇ ਜੀ। ਸਤਿ ਸ਼੍ਰੀ ਅਕਾਲ ਸਨੀ ਜੀ। ਪਹਿਲੀ ਚੀਜ਼ ਕਿਉਂਕਿ ਤੁਹਾਡਾ ਵੀਜ਼ਾ ਫਿਨਿਸ਼ ਕਦ ਹੋ ਰਿਹਾ? ਸੌਰੀ ਤੁਹਾਡੀ ਵੀਜ਼ਾ ਐਕਸਪਾਇਰੀ ਮੇਰਾ ਵੀਜ਼ਾ ਖਤਮ ਹੋ ਰਿਹਾ 2022 ਦੇ ਵਿੱਚ ਸਾਲ ਦੇ ਨਵੰਬਰ ਦੇ ਵਿੱਚ ਮੈਂ ਵੀਜ਼ਾ ਅਪਲਾਈ ਕਰਨ ਲਈ ਐਲੀਜੀਬਲ ਹਾਂ, ਹੈ ਨਾ। ਤੁਸੀਂ ਮਤਲਬ ਇਸ ਨਵੰਬਰ ਦੇ ਵਿੱਚ ਐਲੀਜੀਬਲ ਹੋ, ਮਤਲਬ ਤੁਹਾਡੇ ਕੋਲ ਰਹਿ ਜਾਏਗਾ 6 ਮਹੀਨੇ ਦਾ ਵੀਜ਼ਾ ਹੋਰ। ਮੇਰੇ ਹਿਸਾਬ ਨਾਲ ਤੁਹਾਡਾ ਵੀਜ਼ਾ ਹੋਣਾ ਚਾਹੀਦਾ ਹੈ ਜੂਨ 2022 ਤੱਕ, ਹਾਂਜੀ ਹਾਂਜੀ, ਹੈ ਨਾ। ਸੋ ਪਹਿਲੀ ਗੱਲ ਕਿ ਤੁਸੀਂ WTR ਆਪਣੀ ਜਦ ਕੈਟਾਗਰੀ ਬੰਦ ਹੋਣ ਤੋਂ ਪਹਿਲਾਂ ਤੁਹਾਨੂੰ ਆਪਣਾ ਇੱਕ ਸਬਸੀਕੁਐਂਟ WTR ਵੀਜ਼ਾ ਲੈਣ ਦੀ ਲੋੜ ਹੈ, ਕਿਉਂਕਿ ਹਾਂਜੀ ਉਹ ਤੁਹਾਨੂੰ ਵਰਕ ਵੀਜ਼ਾ ਫਿਰ ਤੁਹਾਡਾ ਹੋਰ ਐਕਸਟੈਂਡ ਹੋ ਜਾਏਗਾ ਅਨਦਰ ਮੇਰੇ ਖਿਆਲ 2 ਸਾਲਾਂ ਵਾਸਤੇ। ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪ੍ਰੋਸੈਸਿੰਗ ਵਾਸਤੇ, ਉਹ ਓਵਰਆਲ ਹਾਂਜੀ ਵਰਕ ਟੂ ਰੈਜ਼ੀਡੈਂਸ ਹਮੇਸ਼ਾ ਪਹਿਲਾਂ ਤੋਂ ਪ੍ਰਾਇੋਰਟੀ ਹੁੰਦੀ ਸੀ, ਪਰ ਜੇ ਅਸੀਂ ਅੱਜ ਦੀ ਡੇਟ 'ਚ ਰੈਜ਼ੀਡੈਂਸ ਦੀਆਂ ਸਾਰੀਆਂ ਵਾਈਡਰ ਐਪਲੀਕੇਸ਼ਨਸ ਦੀ ਵੀ ਜੇ ਪ੍ਰੋਸੈਸਿੰਗ ਦੇਖਿਓ, ਪ੍ਰੋਸੈਸਿੰਗ ਟਾਈਮ ਫਰੇਮ ਆਲਰੇਡੀ ਇਨਕਰੀਜ਼ ਹੋਇਆ ਹੈ ਜੀ। ਹਾਂਜੀ। ਤੇ ਉਹ ਅਨਫੋਰਚੂਨੇਟ ਪਾਰਟ ਹੈਗਾ। ਆਈ ਡੂ ਅੰਡਰਸਟੈਂਡ ਐਜ਼ ਅ ਐਪਲੀਕੈਂਟ ਸਾਨੂੰ ਫਰਸਟ੍ਰੇਸ਼ਨ ਹੁੰਦੀ ਹੈ, ਬਟ ਇਮੀਗ੍ਰੇਸ਼ਨ ਵੱਲੋਂ ਹਮੇਸ਼ਾ ਐਪਲੀਕੈਂਟ ਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਮੇਕ ਸ਼ੋਰ ਕਰੇ ਕਿ ਹੀ ਇਜ਼ ਅ ਲੀਗਲੀ ਇਨ ਦ ਕੰਟਰੀ, ਹੈ ਨਾ। ਤੇ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਜਿਹੜਾ ਵਰਕ ਟੂ ਰੈਜ਼ੀਡੈਂਸ ਵੀਜ਼ਾ ਹੈ ਉਹਨੂੰ ਇਹ ਜਿਹੜੇ ਚੇਂਜਸ ਆਣੇ ਆ ਇਸ ਤੋਂ ਪਹਿਲਾਂ ਤੁਸੀਂ ਇਹਨੂੰ ਐਕਸਟੈਂਡ ਕਰ ਲਓ। ਜਿੱਦਾਂ ਉਹ ਨਵੰਬਰ ਚ ਐਲੀਜੀਬਲ ਤਾਂ ਆਪਾਂ PR ਦੇ ਹਾਂਜੀ ਹਾਂਜੀ ਉਹ ਤੁਸੀਂ ਹੈਗੇ ਹੋ ਡੈਫੀਨਿਟਲੀ। ਹਾਂਜੀ। ਤੇ ਇਹ ਸੇਮ ਪੀਰੀਅਡ ਤੇ ਕਹੂਗੀ ਇਨ ਕੇਸ ਕੱਲ ਨੂੰ ਲਾਈਕ ਮੰਨ ਲਓ ਇਹਨਾਂ ਨੇ ਇੰਕਰੀਜ਼ ਕਰ ਦਿੱਤਾ $5 ਕਰਤਾ, ਹਨਾ। ਹਾਂਜੀ। ਬਟ ਜਿਹੜਾ ਮੇਰਾ ਰੂਲ ਆ ਜਿੱਦਾਂ ਮੇਰੀ ਜਦੋਂ WTR ਪਈ ਆ ਮੇਰਾ ਸੇਮ ਰੇਟ ਹੈ ਪੀਰੀਅਡ ਚਾਹੀਦਾ ਕਿ ਜਿੱਦਾਂ ਉਹ ਵੀ ਚੇਂਜ ਹੋ ਸਕਦਾ। ਤੁਸੀਂ ਕਿਹੜੀ ਆਕਿਊਪੇਸ਼ਨ ਚ ਤੁਸੀਂ WTR ਹੈਗੀ ਤੁਹਾਡੀ? ਮੈਡਮ ਮੇਰੀ ਹੈਗੀ ਆ 26.5 ਚ ਜਦੋਂ ਤੁਸੀਂ ਲਾਈਕ ਬਾਈ ਪ੍ਰੋਫੈਸ਼ਨ ਤੁਸੀਂ ਕੀ ਹੈਗੇ ਹੋ? ਮੈਂ ਮੈਡਮ ਗਰਾਊਂਡ ਮੇਨਟੇਨੈਂਸ ਆਪਰੇਟਰ ਹਾਂ। ਗਰਾਊਂਡ ਮੇਨਟੇਨੈਂਸ ਤੁਸੀਂ ਵਰਕ ਟੂ ਰੈਜ਼ੀਡੈਂਸ ਤੁਹਾਡੀ ਐਕ੍ਰੈਡਿਟਡ EMPLOYERS ਤੋਂ ਹੋਈ ਹੈ ਕਿ ਨਾ? ਹਾਂਜੀ ਐਕ੍ਰੈਡਿਟਡ EMPLOYERS ਤੋਂ। ਐਕ੍ਰੈਡਿਟਡ EMPLOYERS ਦਾ ਪੇ ਰੇਟ ਉਹੀ ਚੱਲ ਰਿਹਾ ਹੈਗਾ। ਹਾਂਜੀ ਹਾਂਜੀ। ਤੇ ਪਰ ਮੈਂ ਤੁਹਾਨੂੰ ਯਾਨੀ ਕਿ ਲਾਇਰਸ ਨੂੰ ਤਾਂ ਦੋ ਵਾਰੀ ਪੇ ਕਰਨਾ ਪਊਗਾ, ਹੈ ਨਾ। ਹਾਂਜੀ ਉਹ ਇੱਕ ਡਿਫਰੈਂਟ ਚੀਜ਼ ਹੈਗੀ ਬਿਕੋਜ਼ ਰੈਜ਼ੀਡੈਂਸ ਦੀ ਐਪਲੀਕੇਸ਼ਨ ਸੈਪਰੇਟ ਹੈਗੀ ਤੇ ਜਿਹੜਾ ਵਰਕ ਵੀਜ਼ਾ ਐਕਸਟੈਂਸ਼ਨ ਹੈ ਉਹ 2 ਸੈਪਰੇਟ ਐਪਲੀਕੇਸ਼ਨ ਹੈ। ਈਵਨ ਕੱਲਾ ਲਾਇਰਸ ਨਹੀਂ ਬਲਕਿ ਤੁਹਾਡੀਆਂ ਇਮੀਗ੍ਰੇਸ਼ਨ ਦੀਆਂ ਫੀਸ ਵੀ ਅਨਫੋਰਚੂਨੇਟਲੀ ਸੈਪਰੇਟ ਹੋ ਜਾਣਗੀਆਂ। ਜੀ ਮੈਨੂੰ ਲੱਗਦਾ ਸਨੀ ਜੀ ਤੁਹਾਨੂੰ ਜਵਾਬ ਮਿਲ ਗਏ ਹੋਣਗੇ, ਸੋ ਸ਼ੁਕਰੀਆ ਕਾਲ ਕਰ ਲਈ। ਥੈਂਕ ਯੂ ਵੀਰ। ਧੰਨਵਾਦ ਭਾਈ, ਤੁਹਾਡਾ ਪ੍ਰੋਗਰਾਮ ਵਧੀਆ ਜੀ।
ਕੀ ਬਾਤ ਹੈ, ਸ਼ੁਕਰੀਆ ਜੀ। ਸੋ ਨਾਲ ਦੀ ਨਾਲ ਮੈਨੂੰ ਲੱਗਦਾ ਕਾਫੀ ਸਾਰੇ ਹੋਰ ਵੀ ਸਾਡੇ ਕੋਲੇ ਕਮੈਂਟਸ ਨੇ। ਇਦਾਂ ਤਾਂ ਮੈਨੂੰ ਲੱਗਦਾ ਆਪਾਂ ਸ਼ਾਮੀ 7-8 ਵਜੇ ਤੱਕ ਬੈਠੇ ਰਹਾਂਗੇ, ਕਾਫੀ ਸਾਰੇ ਸਵਾਲ ਹੈ। ਸੋ ਮੈਂ ਸਮ ਅਪ ਦੇ ਵਿੱਚ ਇਹ ਚੀਜ਼ ਕਹਿਣੀ ਚਾਹੁੰਦਾ ਕਿ ਤੁਸੀਂ ਸਾਰੇ ਜਿਹੜੇ ਸਾਡੇ ਨਾਲ ਇਸ ਟਾਈਮ ਫੇਸਬੁੱਕ ਤੇ ਜਾਂ ਰੇਡੀਓ ਸਪਾਈਸ ਤੇ ਜੁੜੇ ਹੋਏ ਨੇ, ਜ਼ਰੂਰ ਕੁਇਕ ਕਿਵੀ ਇਮੀਗ੍ਰੇਸ਼ਨ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਸੋ ਲੇਕਿਨ ਇੱਥੇ ਮੈਂ ਜ਼ਰੂਰ ਇੱਕ ਚੀਜ਼ ਜਾਣਨੀ ਚਾਹੁੰਦਾ ਕਿ ਸਟੱਡੀ ਦੀ ਫੀਲਡ ਦੇ ਵਿੱਚ ਕਿਹੜੀ ਕਿਹੜੀਆਂ ਬੈਟਰ ਨੇ, ਲਾਈਕ ਅਸੀਂ ਬੈਟਰ ਕਹਿਣ ਦਾ ਭਾਵ ਕਿ ਕਿਹਨਾਂ ਦੇ ਵਿੱਚ ਪਾਥਵੇ ਟੂ ਰੈਜ਼ੀਡੈਂਸੀ ਈਜ਼ੀ ਹੋਣ ਦੇ ਚਾਂਸਸ, ਸੋ ਕਿਹੜੀ ਸਟੱਡੀ ਵੱਲ ਨੂੰ ਜਾਣਾ ਚਾਹੀਦਾ। ਸੋ ਜਗਮੀਤ ਜੀ ਹੁਣੀ ਹੱਸ ਕੇ ਮੈਨੂੰ ਲੱਗਦਾ ਇੱਕ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਆਨਸਰ ਦੇਣਗੇ। ਸੋ ਪੋਜ਼ਿਟਿਵਿਟੀ ਦੀ ਉਮੀਦ ਦੇ ਨਾਲ ਅਸੀਂ ਇੱਥੇ ਜਿਉਂਦੇ ਆ। ਸੋ ਜੀ ਜਗਮੀਤ ਜੀ, ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਤੇ ਲਿਸਨਰ ਨੂੰ ਦੱਸਿਓ ਕਿ ਕਿਹੜੀ ਫੀਲਡ ਦੇ ਵਿੱਚ ਸਟੱਡੀ ਦੀ ਆਪਸ਼ਨਸ ਜੇ ਜਾਣੀ ਚਾਹੀਦੀ ਆ, ਕਿਹੜੀ ਸਟੱਡੀ ਲੈਣੀ ਚਾਹੀਦੀ ਆ, ਤੇ ਨਾਲ ਦੇ ਨਾਲ ਜਿਹੜੇ ਇੰਡੀਆ ਵੀ ਬੈਠੇ ਆ ਉਹ ਵੀ ਕਿਹੜੀ ਸਟੱਡੀ ਲੈ ਕੇ ਆਉਣਗੇ। ਉੱਥੋਂ ਸਾਡਾ ਇਹ ਮੰਤਵ ਹੁੰਦਾ ਕਿ ਮੈਂ ਇੱਕ ਵਾਰ ਬਾਹਰ ਜਾਣਾ ਹੈ, ਮੈਨੂੰ ਨਹੀਂ ਪਤਾ ਵੀ ਤੁਸੀਂ ਕਿਹੜਾ ਮਰਜ਼ੀ ਕੋਰਸ ਦੇ ਦਿਓ। ਸੋ ਉਹਨਾਂ ਲਈ ਵੀ ਤੁਸੀਂ ਜ਼ਰੂਰ ਜ਼ਿਕਰ ਕਰਿਓ ਜੀ। ਰਾਈਟ, ਤੇ ਸਟੱਡੀਜ਼ ਆਪਸ਼ਨ ਕੇਸ ਟੂ ਕੇਸ ਬਹੁਤ ਡਿਪੈਂਡ ਕਰਦਾ ਹੈ, ਇੰਟਰਸਟ ਤੇ ਬਹੁਤ ਡਿਪੈਂਡ ਕਰਦਾ ਹੈ, ਤੁਹਾਡੀ ਪੇਇੰਗ ਕੈਪੈਸਿਟੀ ਤੇ ਬਹੁਤ ਡਿਪੈਂਡ ਕਰਦਾ ਹੈ ਜੀ। ਤੇ ਡੈਫੀਨਿਟਲੀ ਆਪਸ਼ਨਸ ਜਿਹੜੇ ਹੈਗੇ ਨੇ, अर्ਲੀ ਚਾਈਲਡਹੁੱਡ ਐਜੂਕੇਸ਼ਨ ਕਾਫੀ ਅੱਛਾ ਆਪਸ਼ਨ ਹੈਗਾ ਸਪੈਸ਼ਲੀ ਫੀਮੇਲ ਐਪਲੀਕੈਂਟਸ ਵਾਸਤੇ ਜੀ। ਤੇ ਉਹਦੇ ਬਾਅਦ ਹੈਲਥ ਕੇਅਰ ਬਹੁਤ ਵਧੀਆ ਆਪਸ਼ਨ ਹੈਗਾ ਫॉर ਐਨੀਵਨ ਐਂਡ ਐਵਰੀਬਾਡੀ ਜੀ। ਤੇ ਉਹਦੇ ਵਿੱਚ ਵੀ ਲੋਅਰ ਲੈਵਲ ਪ੍ਰੋਗਰਾਮਸ ਵੀ ਨੇ, ਹਾਈ ਲੈਵਲ ਪ੍ਰੋਗਰਾਮਸ ਵੀ ਹੈਗੇ ਨੇ, ਲੈਵਲ 7 ਗ੍ਰੈਜੂਏਟ ਸਰਟੀਫਿਕੇਟ ਡਿਪਲੋਮਾਸ ਵੀ ਹੈਗੇ ਨੇ ਜੀ। ਤੇ ਉਹਦੇ ਬਾਅਦ ਪਲੰਬਿੰਗ ਦੇ ਅੱਛੇ ਆਪਸ਼ਨਸ ਨੇ, ਲੌਂਗ ਪਾਥ ਹੈਗਾ ਬਟ देयर आर ਵੇਜ਼ ਜੀ। ਵੈਲਡਿੰਗ ਦੇ ਕੋਰਸਿਸ ਹੈਗੇ ਨੇ, ਲੋਅਰ ਲੈਵਲ ਪ੍ਰੋਗਰਾਮ ਦੇ ਸਰਟੀਫਿਕੇਟ ਐਂਡ ਡਿਪਲੋਮਾ ਪ੍ਰੋਗਰਾਮਸ, ਉਹ ਕਾਫੀ ਵਧੀਆ ਆਪਸ਼ਨਸ ਨੇ ਜੀ। ਹਾਰਟੀਕਲਚਰ ਬਹੁਤ ਵਧੀਆ ਹੈ, ਬੇਕਿੰਗ, ਕੁਕਿੰਗ, ਆਪਣਾ ਕਲਨਰੀ ਆਰਟਸ, ਉਹ ਕਾਫੀ ਅੱਛੇ ਆਪਸ਼ਨਸ ਨੇ ਜੀ। ਤੇ ਅਗਰ ਸਟੈਂਡਰਡ ਕਿਸੇ ਨੇ ਆਪਣੇ ਮੈਨੇਜਮੈਂਟ ਸਕਿੱਲਸ ਅਪਗ੍ਰੇਡ ਕਰਨੇ ਨੇ ਤੇ ਪੋਸਟ ਗ੍ਰੈਜੂਏਟ ਮਾਸਟਰਸ ਉਹਦੇ ਵਿੱਚ ਕਾਫੀ ਵਧੀਆ ਨੇ ਜੀ। ਆਈਟੀ ਵਾਲਿਆਂ ਵਾਸਤੇ ਪੋਸਟ ਗ੍ਰੈਜੂਏਟ ਬਿਜ਼ਨਸ ਐਂਡ ਇਨਫੋਰਮੇਸ਼ਨ ਸਿਸਟਮਸ ਟੈਕਨੋਲੋਜੀ ਮਿਕਸਚਰ ਆਫ ਪ੍ਰੋਗਰਾਮਸ ਕਾਫੀ ਨੇ ਜੀ। ਤੇ ਵੈਰਾਈਟੀ ਆਫ ਪ੍ਰੋਗਰਾਮਸ ਹੈਗੀਆਂ ਨੇ ਫॉर ਡਿਫਰੈਂਟ ਏਜ ਗਰੁੱਪਸ, ਕ੍ਰਾਸ ਕ੍ਰੈਡਿਟਸ ਨੇ ਮਾਸਟਰਸ ਦੇ ਵਿੱਚ, ਪੋਸਟ ਗ੍ਰੈਜੂਏਟ ਦੇ ਵਿੱਚ, ਬੈਚਲਰਸ ਦੇ ਵਿੱਚ ਜੀ। ਤੇ ਪ੍ਰੀਟੀ ਮਚ ਕਾਫੀ ਆਪਸ਼ਨਸ ਨੇ ਯਾ ਜੀ ਜੀ ਜੀ। ਸੋ ਬਹੁਤ ਸਾਰੀ ਔਨਸ਼ੋਰ ਵਾਸਤੇ ਜੀ ਜੀ, ਔਨਸ਼ੋਰ ਵਾਸਤੇ। ਸੋ ਮੈਂ ਇੱਕ ਨਾਮ ਤੁਹਾਡੇ ਕੋਲ ਹੋਰ, ਮੈਂ ਇੰਜੀਨੀਅਰਿੰਗ ਵੀ ਸੁਣਨਾ ਚਾਹ ਰਿਹਾ ਸੀ ਜੀ। ਇੰਜੀਨੀਅਰਿੰਗ ਬਹੁਤ ਵਧੀਆ ਸਟਰੀਮ ਹੈਗੀ ਹੈ ਬਟ ਜਿਹੜੀ ਪ੍ਰੈਕਟੀਕਲੀ ਸੇਇੰਗ ਜ਼ਿਆਦਾ ਲੋਕੀ ਨਹੀਂ ਕਰਦੇ, ਦੈਟਸ ਦ ਰਿਐਲਿਟੀ ਐਜ਼ ਵੈਲ। ਤੇ ਅਗਰ ਜੇ ਥੋੜਾ ਇੰਟਰਸਟ ਹੈਗਾ ਪਲੇਸਿਸ ਲਾਈਕ MIT ਜੀ, ਉੱਥੇ ਕੋਰਸਿਸ ਬਹੁਤ ਸੋਹਣੇ ਹੁੰਦੇ ਨੇ, ਮਕੈਨੀਕਲ ਬਹੁਤ ਸੋਹਣਾ ਜੀ ਜੀ, ਬਹੁਤ ਵਧੀਆ ਸਟਰੀਮ ਹੈਗੀ ਬਟ ਔਨ ਦ ਕੰਡੀਸ਼ਨ ਕਿ ਤੁਸੀਂ ਓਨਲੀ ਯੂ نو ਡੈਡੀਕੇਟਿਡ ਹੋ ਫॉर ਦੈਟ ਫੀਲਡ। ਜੀ ਬਿਲਕੁਲ, ਬਹੁਤ ਵਧੀਆ ਜ਼ਿਕਰ ਕੀਤਾ ਕਿਉਂ ਇਹ ਜਿਹੜੇ ਮੈਨੂੰ ਲੱਗਦਾ ਕੋਰਸ ਨੇ ਜੋ ਮੈਂ ਵੀ ਇੱਥੇ ਆ ਕੇ ਐਕਸਪੀਰੀਅੰਸ ਕੀਤਾ ਕਿ ਤੁਸੀਂ ਸਿਰਫ ਅਸਾਈਨਮੈਂਟਾਂ ਦੇ ਸਿਰ ਤੇ ਜਾਂ ਬਿਨਾਂ ਪੜ੍ਹੇ ਪਾਸ ਨਹੀਂ ਹੋ ਸਕਦੇ, ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ। ਕਿ ਮੈਨੂੰ ਲੱਗਦਾ ਜੇ ਆਪਾਂ 20 ਘੰਟੇ ਕੰਮ ਕਰਦੇ ਆ ਵੀਕ ਦਾ ਤਾਂ ਮੈਨੂੰ ਲੱਗਦਾ 40 ਘੰਟੇ ਪੜ੍ਹਨਾ ਪੈਂਦਾ ਤਾਂ ਤੁਸੀਂ ਕੋਰਸਿਸ ਕਲੀਅਰ ਕਰ ਸਕਦੇ, ਨਹੀਂ ਫਿਰ 3000 ਦੀ ਸਪਲੀ ਵੱਲ ਨੂੰ ਜਾਣਾ ਪੈਂਦਾ। ਸੋ ਜ਼ਰੂਰ ਮੈਨੂੰ ਲੱਗਦਾ ਕਾਫੀ ਸਾਰੇ ਲਿਸਨਰਸ ਦੇ ਸਾਡੇ ਕੋਲ ਸਵਾਲ ਵੀ ਮੈਨੂੰ ਲੱਗਦਾ ਕਲੀਅਰ ਹੋਏ ਨੇ ਤੇ ਨਾਲ ਦੀ ਨਾਲ ਜਿਨ੍ਹਾਂ ਦੇ ਸਵਾਲ ਰਹਿ ਗਿਆ ਸੋ ਉਹਨਾਂ ਕੋਲੋਂ ਮੈਂ ਮਾਫੀ ਚਾਹੁੰਦਾ ਆ ਕਿਉਂ ਕਾਫੀ ਸਾਰੇ ਸਾਡੇ ਕੋਲ ਮੈਸੇजेस ਨੇ ਤੇ ਨਾਲ ਦੀ ਨਾਲ ਫੇਸਬੁੱਕ ਤੇ ਵੀ ਮੈਸੇਜ ਨੇ। ਸੋ ਤੁਸੀਂ ਕੀ ਕਰਨਾ, ਕੁਇਕ ਕਿਵੀ ਇਮੀਗ੍ਰੇਸ਼ਨਸ ਨੂੰ ਕੰਟੈਕਟ ਕਰ ਸਕਦੇ ਹੋ। ਸੋ ਸਾਰੇ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਨੇ ਉੱਥੇ ਟੀਮ ਦੇਊਗੀ। ਸੋ ਜਾਂਦੇ ਜਾਂਦੇ ਇੱਕ ਲਾਸਟ ਕਾਲ ਆਪਾਂ ਲੈ ਲਈਏ ਜੀ। ਜੀ ਜ਼ਰੂਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਜੀ 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 ਬਾਟ ਸਾਹਿਬ ਜੀ, ਸਵਾਗਤ ਹੈ ਤੁਹਾਡਾ ਜੀ। ਤੁਸੀਂ ਕੀ ਸਵਾਲ ਰੱਖਣਾ ਚਾਹੁੰਦੇ ਹੋ ਬਾਟ ਸਾਹਿਬ, ਕਿੱਥੋਂ ਗੱਲ ਕਰ ਰਹੇ ਹੋ? ਜੀ ਜੀ ਬਾਟ ਸਾਹਿਬ। ਹਾਂਜੀ, ਇੱਕ ਤਾਂ ਮੈਂ ਪੁੱਛਣਾ ਸੀ ਕਿ EOI ਕਦੋਂ ਤੱਕ ਓਪਨ ਹੋਣੀ ਹੈ? ਜੀ ਦੇਖੋ, ਇਮੀਗ੍ਰੇਸ਼ਨ ਨੇ ਮਾਰਚ ਤੱਕ ਭਾਜੀ ਸਸਪੈਂਡ ਕੀਤੀਆਂ ਹੋਈਆਂ ਹੈ ਤੇ ਮਾਰਚ ਦੇ ਵਿੱਚ ਕੋਈ ਵੀ ਨਵੀਂ ਨੋਟੀਫਿਕੇਸ਼ਨ ਆਉਣ ਦੀ ਉਮੀਦ ਹੈ ਇਮੀਗ੍ਰੇਸ਼ਨ ਤੋਂ। ਅੱਛਾ, ਮਾਰਚ ਤੱਕ ਮਤਲਬ ਜੀ। ਹਾਂਜੀ, ਇੱਕ ਦੂਸਰੀ ਮੇਰੀ ਚਲੋ ਉਹ ਸਵਾਲ ਨਹੀਂ ਹੈ ਮੇਰਾ, ਉਹ ਮਤਲਬ ਇੱਕ ਤਰ੍ਹਾਂ ਸੁਜੈਸ਼ਨ ਹੈ। ਤੁਸੀਂ ਹੁਣ ਦੇਖੋ ਕਿ ਜਿਸ ਹਿਸਾਬ ਦੇ ਹੁਣ 27 ਜਿਹੜਾ ਉਹ ਡਾਲਰ ਦੇ ਰੇਟ ਹੋ ਰਿਹਾ ਹੈਗਾ, ਹੁਣ ਆਪਾਂ ਜਦੋਂ ਵੀ ਕਿਤੇ ਮਤਲਬ ਇੱਧਰਲੇ ਕਿਸੇ ਰੈਜ਼ੀਡੈਂਟ ਨਾਲ ਗੱਲ ਕਰਦੇ ਆ ਉਹ ਕਰੀ ਵਾਰੇ ਦੱਸਦੇ ਆ ਵੀ ਸਾਡਾ ਤਾਂ ਨੀਅਰ ਅਬਾਊਟ ਹੁਣ ਤੱਕ ਜਿਹੜਾ ਉਹ 26 ਦੇ ਗੇਟ ਤੇ ਆ, ਤੇ ਤੁਸੀਂ ਦੱਸੋ ਕਿ ਨਵਾਂ EMPLOYER ਕਿੱਥੋਂ 27 ਦੇ ਦੇਗਾ ਜਿਹੜੀਆਂ ਆਉਣ ਵਾਲੇ ਟਾਈਮ। ਜੀ ਬਿਲਕੁਲ ਭਾਜੀ, ਬਿਲਕੁਲ ਤੁਹਾਡਾ ਹਾਂਜੀ ਜੈਨੂਇਨ ਕੰਸਰਨ ਹੈ। ਇਵਨ ਲਾਸਟ ਸ਼ੋ ਇੱਕ ਅਸੀਂ NV ਭਾਜੀ ਨਾਲ ਕੀਤਾ ਸੀ, ਉਦੋਂ ਵੀ ਸਾਨੂੰ ਸ਼ਾਇਦ ਹੈਮਿਲਟਨ ਤੋਂ ਕਿਸੇ ਦੀ ਕਾਲ ਸੀ, ਉਹ ਸਿਟੀਜ਼ਨ ਸੀ ਇੱਥੇ, ਤੇ ਉਹਨਾਂ ਨੇ ਸਿਨੈਰੀਓ ਸ਼ੇਅਰ ਕੀਤਾ ਕਿ ਮੈਂ ਕਿਸੇ ਇੱਕ ਸੀਨੀਅਰ ਪੋਜੀਸ਼ਨ ਤੇ ਕੰਮ ਕਰ ਰਿਹਾ ਤੇ ਮੇਰਾ ਹੁਣ ਪੇ ਰੇਟ $27 ਹੋਇਆ ਤੇ ਇਮੀਗ੍ਰੇਸ਼ਨ ਜਾਂ ਗਵਰਨਮੈਂਟ ਦੀਆਂ ਕਿੱਦਾਂ ਪਾਲਿਸੀਜ਼ ਜਸਟੀਫਾਈਡ ਨੇ? ਮੈਂ ਕਿਸੇ ਮਤਲਬ ਕਿਉਂਕਿ EMPLOYER ਵਾਸਤੇ ਵੀ ਦੇਣਾ ਕਿੰਨਾ ਬਿਲਕੁਲ ਬਿਲਕੁਲ ਜੀ, ਜਿੰਨੇ EMPLOYER ਨਹੀਂ ਦੇ ਰਹੇ EMPLOYER ਵਾਸਤੇ ਵੀ ਕਿੰਨਾ ਹਾਰਡ ਹੈ। ਕਿ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋ ਕਿ
ਜਿਸ ਤਰ੍ਹਾਂ ਬਿਜ਼ਨਸ ਔਰ ਆਈਟੀ ਦੇ ਵਿੱਚ ਜੌਬਸ ਵਗੈਰਾ ਦਾ ਕਿੰਨਾ ਜ਼ਿਆਦਾ ਉਹ ਹੋ ਰਿਹਾ, ਤੇ ਫਿਰ ਕਿੱਥੋਂ ਤੁਸੀਂ ਦੱਸੋ ਕਿ ਆਪਾਂ 27 ਦੀ ਆਸ ਰੱਖ ਸਕਦੇ ਆ? ਫਿਰ ਇਹਦੇ ਵਿੱਚ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਨਾ, ਅੱਗੇ ਆਵਾਜ਼ ਉਠਾਉਣੀ ਚਾਹੀਦੀ ਹੈ। ਧੰਨਵਾਦ ਜੀ ਜੀ। ਮੈਨੂੰ ਲੱਗਦਾ ਬਾਟ ਸਾਹਿਬ ਹੋਣਾ ਦਾ ਵੀ ਕੰਸਰਨ ਸਹੀ ਹੈ ਕਿ ਉਹ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਵਸੋਂ ਬਾਹਰ ਕਰਦੀ ਨਜ਼ਰ ਆ ਰਹੀ ਹੈ। ਸੋ ਇੱਕ ਜਾਂਦੇ ਜਾਂਦੇ ਮੈਂ ਸਵਾਲ ਪੁੱਛਣਾ ਚਾਹੁੰਦਾ, ਇਮੀਗ੍ਰੇਸ਼ਨ ਨਿਊਜ਼ੀਲੈਂਡ ਇੰਨੀ ਸਲੋ ਕਿਉਂ ਚੱਲਦੀ ਆ? ਮੈਨੂੰ ਇਹ ਮੈਂ ਸੌਰੀ ਥੋੜਾ ਜਿਹਾ ਫਨੀ ਹੋ ਜਾਣਾ ਕੰਮ, ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ 1.5 ਮਹੀਨੇ ਜਿਹਨਾਂ ਨੂੰ ਬੰਦੇ ਚਾਹੀਦੇ ਵੀ ਅਸੀਂ ਵਿਹਲੇ ਬੈਠੇ ਹੁੰਦੇ ਘਰੇ ਵੀ ਅਸੀਂ ਫਾਈਲ ਪ੍ਰੋਸੈਸ ਕਰ ਸਕਦੇ, ਇੰਨਾ ਸਲੋ ਕਿਉਂ ਚੱਲਦੀ ਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਐਜ਼ ਕੰਪੇਅਰ ਟੂ ਅਦਰ ਕੰਟਰੀਜ਼? ਜੀ ਮੈਨੂੰ ਇਦਾਂ ਲੱਗਦਾ ਹੈ ਕਿ ਸਾਰੇ ਪੋਲੀਟੀਕਲ ਡਿਸੀਜਨਸ ਵੀ ਨੇ, ਉਹਨਾਂ ਦੇ ਕੋਟਾ ਤੇ ਵੀ ਡਿਪੈਂਡ ਕਰਦਾ ਹੈ। ਜੇ ਆਪਾਂ ਰੈਜ਼ੀਡੈਂਸ ਵੀਜ਼ਾ ਐਪਲੀਕੇਸ਼ਨਸ ਦੀ ਗੱਲ ਕਰਦੇ ਹਾਂ ਤੇ 2 ਸਾਲ ਪਹਿਲਾਂ 6 ਤੋਂ 9 ਮਹੀਨੇ ਦਾ ਟਾਈਮ ਹੁੰਦਾ ਸੀ ਪ੍ਰੋਸੈਸਿੰਗ ਦਾ, ਤੇ ਜੇ ਹੁਣ ਟਾਈਮ ਫਰੇਮ ਇਹਨਾਂ ਨੇ 2 ਸਾਲ ਕਰ ਦਿੱਤਾ ਹੈ। ਇਦਾਂ ਨਹੀਂ ਹੈ ਕਿ ਉਹਨਾਂ ਦੇ ਕੋਲੋਂ ਸਟਾਫ ਦੀ ਕਮੀ ਹੈ, ਇਟਸ ਜਸਟ ਕਿ ਜਿਹੜਾ ਕੋਟਾ ਹੈ ਉਹੀ ਇੰਨਾ ਹੈ ਕਿ ਉਹ ਪ੍ਰੋਸੈਸਿੰਗ ਕਰ ਹੀ ਨਹੀਂ ਰਹੇ ਨੇ, ਇੰਟੈਂਸ਼ਨਲੀ ਨਹੀਂ ਕਰ ਰਹੇ। ਸੋ ਮੈਨੂੰ ਇਦਾਂ ਲੱਗਦਾ ਹੈ ਕਿ ਸਾਰੇ ਪੋਲੀਟੀਕਲ ਫੈਕਟਰਸ ਨੇ ਜਿਹੜੇ ਨਾ ਜਿਨ੍ਹਾਂ ਤੇ ਉਹਨਾਂ ਦੇ ਡਿਸੀਜਨ ਬੇਸਡ ਨੇ। ਜੀ ਬਿਲਕੁਲ। ਤੇ ਦਿਲਪ੍ਰੀਤ ਸਿੰਘ ਲਿੱਦਰ ਹੁਣੀ ਪੁੱਛ ਰਹੇ ਨੇ, ਕਹਿੰਦੇ ਵੀ ਵਿਜ਼ਟਰ ਵੀਜ਼ਾ ਦੇ ਵਿੱਚ ਕੁਇਕੀ ਵੀ ਇਮੀਗ੍ਰੇਸ਼ਨਸ ਕੰਮ ਕਰਦੀ ਹੈ ਜੀ? ਤੁਸੀਂ ਹਾਂਜੀ ਅਸੀਂ ਵਰਕ ਵੀਜ਼ਾ, ਵਿਜ਼ਿਟਰਸ ਵੀਜ਼ਾ, ਬਿਜ਼ਨਸ ਹਰ ਕੈਟਾਗਰੀ ਨਾਲ ਅਸੀਂ ਡੀਲ ਕਰਦੇ ਹਾਂ ਇਮੀਗ੍ਰੇਸ਼ਨ। ਜੀ ਬਿਲਕੁਲ। ਸੋ ਮੈਨੂੰ ਲੱਗਦਾ ਕਾਫੀ ਸਾਰੇ ਜਿਹੜੇ ਲਿਸਨਰ ਸਾਡੇ ਉਹਨਾਂ ਦੇ ਵੀ ਜਵਾਬ ਕਲੀਅਰ ਹੋਣੇ, ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜੋ ਚੇਂਜਸ ਹੋਣ ਜਾ ਰਹੀਆਂ ਨੇ ਉਹਦੇ ਬਾਰੇ ਵੀ ਅਸੀਂ ਗੱਲਾਂ ਬਾਤਾਂ ਕੀਤੀਆਂ। ਸੋ ਦੋਸਤੋ ਤੁਸੀਂ ਕੁਇਕੀ ਵੀ ਇਮੀਗ੍ਰੇਸ਼ਨਸ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਨੰਬਰ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਆ, ਤੇ ਜਾਂਦੇ ਅਸੀਂ ਇਹਨਾਂ ਦਾ ਐਡਰੈਸ ਤੇ ਇਹਨਾਂ ਦਾ ਕੰਟੈਕਟ ਨੰਬਰ ਇੱਕ ਵਾਰ ਫੇਰ ਲੈਣੇ ਆ। ਕਿਉਂ ਜਦੋਂ ਇਮੀਗ੍ਰੇਸ਼ਨ ਦੀ ਦੋਸਤੋ ਗੱਲ ਆਉਂਦੀ ਹੈ ਨਾ, ਉਦੋਂ ਮੈਨੂੰ ਲੱਗਦਾ ਟਰਸਟ ਸਭ ਤੋਂ ਜ਼ਿਆਦਾ ਵੱਡੀ ਗੱਲ ਆ ਜਾਂਦੀ ਆ। ਤੇ ਨਾਲ ਦੀ ਮੈਨੂੰ ਲੱਗਦਾ ਕਾਫੀ ਚੀਜ਼ਾਂ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਲੀਅਰ ਹੋਈਆਂ ਹੋਣਗੀਆਂ ਕਿ ਉਹ ਗੱਲਾਂ ਹੋਈਆਂ ਨੇ ਜੋ ਐਕਚੁਅਲ ਦੇ ਵਿੱਚ ਦਰਅਸਲ ਸੱਚਾਈ ਆ, ਕਿ ਕਿਸੇ ਨੂੰ ਅਸੀਂ ਗਲਤ ਪਾਸੇ ਨਾ ਤੁਰਨ ਦੀ ਬਜਾਏ ਇੱਕ ਬਿਲਕੁਲ ਸਹੀ ਰਾਸਤਾ ਦਿਖਾਈਏ। ਸੋ ਮੈਨੂੰ ਲੱਗਦਾ ਇੱਕ ਇਹ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਜਾਂਦੇ ਜਗਮੀਤ ਭਾਜੀ ਹੁਣੇ ਕੁਝ ਸ਼ਬਦ ਸਾਡੇ ਨਾਲ ਰੱਖਣਾ ਚਾਹੁੰਦੇ ਆ। ਸੋ ਨਾਲ ਦੀ ਇੰਦਰਜੀਤ ਸਿੰਘ ਹੁਣੀ ਕਹਿੰਦੇ ਪੇਰੈਂਟ ਕੈਟਾਗਰੀ ਵਿੱਚ ਹੈਲਪ ਕਰਦੇ ਜੀ। ਬਿਲਕੁਲ, ਜਿੱਦਾਂ ਪਹਿਲਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਦੇ ਪੇਰੈਂਟਸ ਇੱਥੇ ਆਏ ਹੋਏ ਆ, ਸਟਕ ਆ, ਸੋ ਉਹ ਵੀ ਜ਼ਰੂਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ। ਉਹਨਾਂ ਦੇ ਲਈ ਵੀ ਕਾਫੀ ਸਾਰੀਆਂ ਆਪਸ਼ਨਸ ਨੇ ਕਿ ਕਿੱਦਾਂ ਵੀਜ਼ਾ ਐਕਸਟੈਂਡ ਕਰਨਾ। ਜੀ ਜਗਮੀਤ ਜੀ। ਹਾਂਜੀ, ਮੈਂ ਕੁਇਕਲੀ ਰੈਪ ਅਪ ਕਰਦੇ ਹੋਏ, ਸਾਡੀ ਸਰਵਿਸਿਜ਼ ਸਿਰਫ ਵੀਜ਼ਾ ਲਿਮਿਟਡ ਨਹੀਂ ਹੈਗੀਆਂ। ਅਗਰ ਕਿਸੇ ਨੇ ਨਰਸਿੰਗ ਕਾਉਂਸਲ ਨੂੰ ਕੋਈ ਆਪਣੀ ਰਜਿਸਟ੍ਰੇਸ਼ਨ ਵਾਸਤੇ ਕਰਨਾ ਹੈ, ਆਪਣੀ ਟੀਚਰ ਰਜਿਸਟ੍ਰੇਸ਼ਨ ਕਰਵਾਉਣੀ ਹੈ, NZQA ਵਾਸਤੇ ਕੁਝ ਉਹਨਾਂ ਨੂੰ ਪ੍ਰੋਬਲਮ ਹੈ, ਡਿਫਿਕਲਟੀ ਹੈਗੀ, ਉਸ ਨੂੰ ਕੰਟੈਕਟ ਕਰ ਸਕਦੇ ਨੇ। ਆਫ ਕੋਰਸ ਸਾਰੇ ਵੀਜ਼ਾਸ ਫਰਮ ਵਿਜ਼ਿਟਰ, ਵਰਕ, ਐਂਟਰਪ੍ਰੈਨਰ, ਇਨਵੈਸਟਮੈਂਟ, ਸਟੂਡੈਂਟ, ਜੋ ਵੀ ਔਨਸ਼ੋਰ ਉਹਨਾਂ ਨੂੰ ਐਪਲੀਕੇਸ਼ਨ ਪਾਣੀ ਹੈ, ਅਸੀਂ ਸਾਰੀ ਐਪਲੀਕੇਸ਼ਨ ਦੇ ਵਿੱਚ ਹੈਲਪ ਕਰ ਸਕਦੇ ਹਾਂ। ਸਾਡਾ ਆਫਿਸ ਹੈਗਾ 84 ਹੈਰਿਸ ਰੋਡ ਈਸਟ ਤਮਾਕੀ ਦੇ ਵਿੱਚ, ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 093902215 ਜਾਂ ਫਿਰ ਮੋਬਾਈਲ 0221200515। ਐਡਿੰਗ ਟੂ ਇਟ ਅਸੀਂ ਥੋੜਾ ਐਕਸਟਰਾ ਐਫਰਟਸ ਕਰਦੇ ਪਏ ਹਾਂ ਮਾਈਗ੍ਰੈਂਟਸ ਤੱਕ ਪਹੁੰਚਣ ਦਾ। ਤੇ ਅਸੀਂ ਲਾਸਟ ਈਅਰ ਅਸੀਂ ਰੋਡ ਸ਼ੋ ਸ਼ੁਰੂ ਕੀਤਾ ਆਪਣਾ। ਅਸੀਂ ਤੋਰੰਗਾ 2 ਵਾਰੀ ਹੋ ਕੇ ਆਏ ਆ। ਜੀ ਬਹੁਤ ਵਧੀਆ। ਇੱਕ ਵਾਰੀ ਟੀਪੂਕੀ ਹੋ ਕੇ ਆਏ ਆ, ਤੇ ਇਹ ਕੱਲ ਅਸੀਂ ਜਾ ਰਹੇ ਹਾਂ ਰੋਟਰੋਆ। ਮੈਂ ਦੇਖਦਾ ਹਾਂ ਜਗਮੀਤ ਜੀ ਤੁਸੀਂ ਫੇਸਬੁੱਕ ਤੇ ਨਾਲ ਜੁੜੇ ਹੋਏ ਹੋ। ਬਹੁਤ ਵਧੀਆ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਹਨਾ ਇਦਾਂ ਜੋ ਬਹੁਤ ਵਧੀਆ ਇਵੈਂਟਸ ਹੁੰਦੇ ਆ, ਬਹੁਤ ਚੰਗਾ ਲੱਗਦਾ ਕਿ ਤੁਸੀਂ ਪੰਜਾਬੀਆਂ ਨੂੰ ਹੋਰ ਜਾਗਰੂਕ ਕਰ ਰਹੇ ਹੋ ਕਿ ਇੱਕ ਸਹੀ ਰਾਸਤਾ ਦਿਖਾਇਆ ਜਾਵੇ। ਕਿਉਂ ਇੱਥੇ ਮੇਨ ਇਹੀ ਚੀਜ਼ ਦੀ ਦਿੱਕਤ ਆਉਂਦੀ ਹੈ ਕਿ ਸਾਨੂੰ ਰਾਸਤਾ ਹੀ ਨਹੀਂ ਪਤਾ ਕਿੱਧਰ ਨੂੰ ਆ। ਸੋ ਉਹ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਤੇ ਰੋਟਰੋਆ ਕੱਲ ਜਾ ਰਹੇ ਹਾਂ ਅਸੀਂ, ਐਂਡ ਫੋਲੋਇੰਗ ਵੀਕਐਂਡ ਸੰਡੇ ਸਾਡੀ ਪੂਰੀ ਟੀਮ ਫਲਾਈ ਕਰ ਰਹੀ ਹੈ ਕ੍ਰਾਈਸਟਚਰਚ ਵੀ। ਤੇ ਅਸੀਂ ਆਪਣੀ ਲਿਮਿਟਡ ਸਰਵਿਸਿਜ਼ ਸਿਰਫ ਆਕਲੈਂਡ ਤੱਕ ਨਹੀਂ ਕਰਦੇ ਪਏ, ਵਾਈਡਰ ਕਮਿਊਨਿਟੀ ਐਂਡ ਅਕ੍ਰੋਸ ਦ ਕੰਟਰੀ ਅਸੀਂ ਜੀ। ਸੋ ਜਾਂਦੇ ਮੈਂ ਨਾਲ ਦੀ ਨਾਲ ਸਰਬਜੀਤ ਜੀ ਤੇ ਪ੍ਰੀਤੀ ਜੀ ਹੁਣਾਂ ਕੋਲੋਂ ਵੀ 2 ਸ਼ਬਦ ਤੁਸੀਂ ਜ਼ਰੂਰ ਸਾਡੇ ਲਿਸਨਰਸ ਬਾਰੇ ਰੱਖਿਓ ਜੀ। ਧੰਨਵਾਦ ਸਾਰੇ ਸਰੋਤਿਆਂ ਦੇ ਦਰਸ਼ਕਾਂ ਦਾ। ਜੀ ਨਹੀਂ ਤਾਂ ਤੁਸੀਂ ਨਹੀਂ ਐਕਚੁਅਲੀ ਧੰਨਵਾਦ ਤੁਸੀਂ ਕਲਾਇੰਟਸ ਤਾਂ ਕਰਦੇ ਹੁੰਦੇ, ਸੋ ਇੱਥੇ ਦਰਸ਼ਕਾਂ ਦਾ ਹੋ ਗਿਆ ਨਾ। ਜੀ ਸੌਰੀ, ਜੇ ਤੁਹਾਡੇ ਕਿਸੇ ਵੀ ਰਿਲੇਟਡ ਕੋਈ ਵੀ ਕੁਐਰੀ ਹੈ, ਜਿੱਦਾਂ ਜਗਮੀਤ ਨੇ ਕਿਹਾ, ਚਾਹੇ ਉਹ ਨਰਸਿੰਗ ਕਾਉਂਸਲ ਰਜਿਸਟ੍ਰੇਸ਼ਨ ਹੈ, ਤੁਹਾਡਾ NZQA ਅਸੈਸਮੈਂਟ ਹੈ, ਤੁਹਾਡੀ ਕਿਸੇ ਤਰ੍ਹਾਂ ਦੀ ਹੋਰ ਕੋਈ ਕੁਐਰੀ ਹੈ, LTSSL ਦੇ ਰਿਲੇਟਡ ਤੁਹਾਡੀ ਕੁਐਰੀ ਹੈ, ਤੁਸੀਂ ਕੋਈ ਕੁਆਲੀਫਿਕੇਸ਼ਨ ਦੇ ਰਿਲੇਟਡ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਮੈਂ ਇੱਕ ਵਾਰ ਨੰਬਰ ਤੁਹਾਡੇ ਨਾਲ ਫਿਰ ਸਾਂਝੇ ਕਰ ਦਿੰਦੀ ਹਾਂ। 02212000515 and 093902215 is the landline number। ਤੁਸੀਂ ਸਾਨੂੰ ਲਿਖ ਸਕਦੇ ਹੋ info@quickkiwiimmigration.co.nz। ਤੇ ਸਾਡਾ ਆਫਿਸ ਐਡਰੈਸ ਹੈ 84 ਈਸਟ ਤਮਾਕੀ, 84 ਹੈਰਿਸ ਰੋਡ ਈਸਟ ਤਮਾਕੀ। ਜੀ ਬਿਲਕੁਲ ਸਰਬਜੀਤ ਜੀ ਤੁਸੀਂ ਵੀ ਜੀ। ਮੈਂ ਤੇ ਬਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ ਜੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਮੈਨੂੰ ਲੱਗਦਾ ਜਿਹੜੇ ਲਿਸਨਰ ਸਾਡੇ ਨਾਲ ਜਾਂ ਦਰਸ਼ਕ ਸਾਡੇ ਨਾਲ ਇੱਥੇ ਫੇਸਬੁੱਕ ਤੇ ਜੁੜੇ ਹੋਏ ਨੇ, ਸੋ ਜ਼ਰੂਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ
ਸਕਦੇ ਹੋ। ਸੋ ਜਿੱਦਾਂ ਜਗਮੀਤ ਜੀ ਉਹਨਾਂ ਨੇ ਦੱਸਿਆ ਕਿ ਮੈਨੂੰ ਇੱਕ ਵੈਸੇ ਪੰਜਾਬੀ ਦੀ ਮੈਨੂੰ ਕਹਾਵਤਾਂ ਬਹੁਤ ਛੇਤੀ ਯਾਦ ਆ ਜਾਂਦੀਆਂ ਹੁੰਦੀਆਂ ਨੇ ਵੀ ਮਤਲਬ ਸਾਰੀਆਂ ਵੀ ਇਮੀਗ੍ਰੇਸ਼ਨ ਵਾਲੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਦਾ ਹੱਲ ਕਿ ਇਮੀਗ੍ਰੇਸ਼ਨ ਦੇ ਕੋਲ ਹੈ। ਸੋ ਤੁਸੀਂ ਸਾਰੀਆਂ ਜਿਹੜੀਆਂ ਵੀ ਕੋਈ ਪ੍ਰੋਬਲਮਸ ਨੇ ਉਹਨਾਂ ਦਾ ਜ਼ਿਕਰ ਤੁਸੀਂ ਕੋਈ ਇਮੀਗ੍ਰੇਸ਼ਨ ਪਹੁੰਚ ਕੇ ਉੱਥੇ ਕਰ ਸਕਦੇ ਹੋ। ਸੋ ਸਾਡੇ ਨਾਲ ਜੁੜਨ ਲਈ ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਤੁਹਾਡੇ ਸਾਰੇ ਦਰਸ਼ਕਾਂ ਦਾ ਤੇ ਲਿਸਨਰਸ ਦਾ ਅਸੀਂ ਧੰਨਵਾਦ ਕਰਦੇ ਹਾਂ। ਧੰਨਵਾਦ ਜੀ।